ਸਵਾਗਤ ਪ੍ਰੋਗਰਾਮ ਗੱਲਾਂ ਤੇ ਗੀਤ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਤੇ ਮੈਂ ਆ ਵਰੁਣ ਕੌਰ ਮਾਨ। ਅੱਜ ਹੈ ਸੋਮਵਾਰ, ਉਹਦਾ ਤਾਂ ਚਲੋ ਹਲੇ ਛੁੱਟੀਆਂ ਚੱਲ ਰਹੀਆਂ, ਪਰ ਜੇ ਛੁੱਟੀਆਂ ਨਾ ਹੁੰਦੀਆਂ ਤੇ ਸੋਮਵਾਰ ਦਾ ਦਿਨ ਦਿਮਾਗ ਦੇ ਵਿੱਚ ਆਉਂਦਾ, ਓਏ ਹੋਏ ਸਕੂਲ ਜਾਣਾ, ਕਾਲਜ ਜਾਣਾ, ਫਲਾਣੇ ਟੀਚਰ ਦਾ ਟੈਸਟ ਆ ਮਤਲਬ ਜਿੱਥੇ ਹੈ ਨਾ ਸ਼ਨੀਵਾਰ ਨੂੰ ਐਤਵਾਰ ਦੀ ਖੁਸ਼ੀ ਹੁੰਦੀ ਹੈ ਨਾ, ਉੱਥੇ ਹੀ ਐਤਵਾਰ ਨੂੰ ਸੋਮਵਾਰ ਦਾ ਦੁੱਖ ਸ਼ੁਰੂ ਹੋ ਜਾਂਦਾ ਕਿ ਇੰਨੀ ਸਾਰੀ ਪੜ੍ਹਾਈ, ਇੰਨਾ ਸਾਰਾ ਕੰਮ, ਪਤਾ ਨਹੀਂ ਕੀ ਹੋਊਗਾ ਸਕੂਲ ਜਾ ਕੇ, ਡਰ ਬੈਠਣ ਲੱਗ ਜਾਂਦਾ। ਕਈਆਂ ਨੂੰ ਚਾਅ ਵੀ ਹੁੰਦਾ ਆ, ਆਪਣੀ ਆਪਣੀ ਫਿਤਰਤ ਆ ਹਰ ਬੱਚੇ ਦੀ, ਪਰ ਅਧਿਆਪਕਾਂ ਨੂੰ ਬੜਾ ਚਾਅ ਹੁੰਦਾ ਕਿ ਜਾ ਕੇ ਆਹ ਕਰਨਾ ਉਹ ਕਰਨਾ। ਸੋ ਕੁੱਲ ਮਿਲਾ ਕੇ ਸਕੂਲ ਕਾਲਜ ਅਧਿਆਪਕ ਤੇ ਬੱਚੇ ਇੱਕ ਦੂਸਰੇ ਦੇ ਨਾਲ ਮਿਲ ਕੇ ਜਦੋਂ ਚਲਾਉਂਦੇ ਆ ਨਾ, ਖੂਬਸੂਰਤ ਵਿਕਾਸ ਹੁੰਦਾ ਆ। ਅਧਿਆਪਕ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ, ਬੱਚੇ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਔਰ ਜਿਹੜਾ ਅਧਿਆਪਕ ਆ, ਐਵੇਂ ਨਹੀਂ ਕਿਹਾ ਜਾਂਦਾ ਨਾ ਕਿ ਉਹ ਤਾਂ ਕੱਚੇ ਸੀਮੈਂਟ ਵਰਗੇ ਹੁੰਦੇ ਆ। ਬੱਚੇ ਅਧਿਆਪਕ ਜਿੱਧਰ ਨੂੰ ਸ਼ੇਪ ਦਿੰਦਾ, ਉਹਨਾਂ ਦੀ ਬੱਚੇ ਉਹੀ ਹੋਣ ਲੱਗ ਜਾਂਦੇ ਆ। ਸੋ ਇਹ ਹੈ ਚੀਜ਼ ਕਿ ਅਧਿਆਪਕ ਬੱਚੇ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ, ਉਸ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਵਿੱਚ ਬੜੀ ਮਿਹਨਤ ਕਰਦਾ ਹੈ। ਕਈ ਵਾਰੀ ਬੱਚਿਆਂ ਦੀ ਅਧਿਆਪਕ ਦੇ ਨਾਲ ਨਹੀਂ ਬਣਦੀ, ਅਧਿਆਪਕ ਦੀਆਂ ਆਪਣੀਆਂ ਸਮੱਸਿਆਵਾਂ ਨੇ। ਸਾਰੀ ਗੱਲਬਾਤ ਅੱਜ ਦੇ ਮਹਿਮਾਨ ਦੇ ਨਾਲ ਕਰਾਂਗੇ। ਸਾਡੇ ਅੱਜ ਦੇ ਮਹਿਮਾਨ ਨੇ ਪ੍ਰਿੰਸੀਪਲ DAV ਕਾਲਜ ਨਕੋਦਰ ਤੋਂ ਅਨੂਪ ਕੁਮਾਰ ਵਤਸ। ਬਹੁਤ ਸਵਾਗਤ ਜੀ ਆਇਆਂ ਨੂੰ। ਬਹੁਤ ਧੰਨਵਾਦ ਜੀ। ਅਧਿਆਪਕ ਪ੍ਰਤਿਭਾ ਨਿਖਾਰਤਾ ਆ ਜੀ ਕਿਸੇ ਵੀ ਵਿਦਿਆਰਥੀ ਦੀ। ਪਤਾ ਆ, ਅਸੀਂ ਵੀ ਪੜ੍ਹੇ ਆ, ਹੈ ਨਾ, ਤੁਸੀਂ ਕਿੰਨਾਂ ਨੂੰ ਪੜ੍ਹਾਇਆ, ਤੁਸੀਂ ਵੀ ਪੜ੍ਹੇ ਹੋ, ਹਰ ਕਿਸੇ ਨੂੰ ਪਤਾ ਜੀ। ਪ੍ਰਤਿਭਾ ਨੂੰ ਕੁਝ ਲੋਕ ਕਹਿ ਦਿੰਦੇ ਆ ਕਿ ਸ਼ਾਇਦ ਪੜ੍ਹਾਈ ਤੋਂ ਬਿਨਾਂ ਕਿ ਤੁਸੀਂ ਕਿੱਦਾਂ ਸਮਾਜ ਦੇ ਵਿੱਚ ਵਿਚਰਦੇ ਆ, ਕਿੱਦਾਂ ਦੀ ਤੁਹਾਡੀ ਪਰਸਨੈਲਿਟੀ ਆ, ਜਾਂ ਤੁਹਾਡਾ ਬੋਲਣ ਦਾ ਢੰਗ ਕੀ ਆ, ਜਾਂ ਦੂਸਰਿਆਂ ਦੇ ਨਾਲ ਵਿਚਰਨ ਦਾ ਤਰੀਕਾ ਕੀ ਆ ਜੀ। ਪਰ ਕਦੇ ਲੱਗਦਾ ਹੈ ਕਿ ਪ੍ਰਤਿਭਾ ਨੂੰ ਪਰਿਭਾਸ਼ਿਤ ਕਰਨਾ ਸੌਖਾ ਨਹੀਂ ਆ, ਪਰ ਪ੍ਰਿੰਸੀਪਲ ਹੋ ਤੁਸੀਂ ਕੁਝ ਵੀ ਕਰ ਸਕਦੇ ਹੋ। ਵਰੁਣ ਜੀ, ਤੁਸੀਂ ਬੜਾ ਸਵਾਲ ਦੇ ਵਿੱਚ ਜਵਾਬ ਵੀ ਦੇ ਦਿੱਤਾ ਹੈਗਾ, ਪਰ ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਸਵਾਲ ਨੂੰ ਸਧਾਰਨ ਸ਼ਬਦਾਂ ਦੇ ਵਿੱਚ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰਾਂ ਜੀ। ਪ੍ਰਤਿਭਾ ਵਾਕਈ ਆਮ ਤੌਰ 'ਤੇ ਕਹਿੰਦੇ ਕੋਈ ਬੰਦਾ ਖੱਬੇ ਸੱਜੇ ਸਾਨੂੰ ਚੰਗਾ ਲੱਗਦਾ, ਕਹਿੰਦੇ ਕਿ ਕਿਆ ਪਰਸਨੈਲਿਟੀ ਹੈ, ਅਸੀਂ ਆਮ ਤੌਰ 'ਤੇ ਕਹਿ ਦਿੰਦੇ ਹਾਂ। ਲੇਕਿਨ ਪਰਸਨੈਲਿਟੀ ਦੇਖਣ 'ਚ ਬਹੁਤ ਛੋਟਾ ਸ਼ਬਦ ਲੱਗਦਾ ਹੈ, ਇਹਦੇ ਮਾਇਨੇ ਬੜੇ ਵਿਸ਼ਾਲ ਨੇ, ਡੂੰਘੇ ਨੇ, ਗਹਿਰੇ ਨੇ, ਅਤੇ ਇਹਨੂੰ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਲੋਕਾਂ ਨੇ, ਵੱਖ-ਵੱਖ ਵਿਦਵਾਨਾਂ ਨੇ ਆਪਣੇ ਢੰਗ ਦੇ ਨਾਲ ਇਹਨੂੰ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਚਾਹੇ ਉਹ ਮਨੋਵਿਗਿਆਨਿਕ ਨੇ, ਚਾਹੇ ਸਮਾਜ ਸ਼ਾਸਤਰੀ ਨੇ, ਚਾਹੇ ਖੇਡ ਮਾਹਿਰ ਨੇ, ਔਰ ਉਹਨਾਂ ਦੇ ਪਰਿਭਾਸ਼ਿਤ ਕਰਨ ਦੇ ਮਾਪਦੰਡ ਅਲੱਗ-ਅਲੱਗ ਨੇ। ਲੇਕਿਨ ਇੱਕ ਆਮ ਤੌਰ 'ਤੇ ਪਰਸਨੈਲਿਟੀ ਨੂੰ ਜੇ ਸਧਾਰਨ ਸ਼ਬਦਾਂ ਦੇ ਵਿੱਚ ਸਮੇਟਣਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵੀ ਵਿਅਕਤੀ ਦੇ ਜਿਹੜੇ ਅੰਦਰਲੇ ਔਰ ਬਾਹਰਲੇ ਜਿਹੜੇ ਗੁਣ ਨੇ, ਉਹਦੀ ਜਿਹੜਾ ਕੋਈ ਉਹਨਾਂ ਦਾ ਤਾਲਮੇਲ ਹੈ, ਉਹਨਾਂ ਦਾ ਜਿਹੜਾ ਟੋਟਲ ਸਮਾਵੇਸ਼ ਹੈ, ਉਹ ਸਾਰੇ ਦੇ ਸਾਰੇ ਗੁਣਾਂ ਦੇ ਆਧਾਰ ਦੇ ਉੱਪਰ ਉਹ ਜ਼ਿੰਦਗੀ ਦੀ ਚੁਣੌਤੀਆਂ ਨੂੰ ਕਿਵੇਂ ਵਧੀਆ ਤਰੀਕੇ ਦੇ ਨਾਲ ਫੇਸ ਕਰ ਸਕਦਾ ਹੈ, ਉਹਨਾਂ ਦਾ ਸਾਹਮਣਾ ਕਰ ਸਕਦਾ ਹੈ, ਉਹਨੂੰ ਪਰਸਨੈਲਿਟੀ ਕਹਿ ਸਕਦੇ ਹਾਂ। ਇਹ ਨਹੀਂ ਹੈ ਕਿ ਚੱਲਦਾ ਫਿਰਦਾ ਸਾਨੂੰ ਕੋਈ ਬੰਦਾ ਦਿਖਦਾ ਅਤੇ ਉਹਦਾ ਚਿਹਰਾ ਮੂਹਰਾ ਬਹੁਤ ਅੱਛਾ ਹੈ, ਕੱਦ ਕਾਠੀ ਚੰਗੀ ਹੈ, ਚੰਗੇ ਕੱਪੜੇ ਪਾਉਂਦਾ ਅਤੇ ਕਹਿੰਦੇ ਕਿ ਪਰਸਨੈਲਿਟੀ, ਉਹ ਇਹਦਾ ਇੱਕ ਬਾਹਰੀ ਰੂਪ ਤਾਂ ਹੋ ਸਕਦਾ ਹੈ। ਲੇਕਿਨ ਜਿਹੜੇ ਉਹਦੇ ਇਨੇਟ, ਇਨਬੋਰਨ, ਇਨਹੈਰੈਂਟ ਕੁਆਲਿਟੀਜ਼ ਨੇ, ਉਹ ਜਦ ਉਹਦੇ ਵਿੱਚ ਸ਼ਾਮਿਲ ਕਰਦੇ ਹਾਂ ਤਾਂ ਉਹਦੀ ਸਮੁੱਚੀ ਪਰਸਨੈਲਿਟੀ ਬਣ ਸਕਦੀ ਹੈ। ਉਹ ਜਿਵੇਂ ਤੁਸੀਂ ਕਿਹਾ ਕਿ ਕਿਵੇਂ ਉਹ ਵਿਵਹਾਰ ਕਰਦਾ ਹੈ, ਕਿਵੇਂ ਉਹਦਾ ਬੌਧਿਕ ਲੈਵਲ ਹੈ, ਕਿਵੇਂ ਉਹ ਕਮਿਊਨੀਕੇਟ ਕਰਦਾ ਹੈ, ਕਿਵੇਂ ਬਾਹਰ ਦੀ ਕੋਈ ਸਿਚੁਏਸ਼ਨ ਆਉਂਦੀ ਹੈ ਤਾਂ ਉਹਨੂੰ ਕਿਵੇਂ ਹੈਂਡਲ ਕਰਦਾ ਹੈ, ਉਹ ਸਾਰੇ ਜਿਹੜੇ ਗੁਣ ਨੇ ਉਹਨਾਂ ਦਾ ਜਿਹੜਾ ਇੱਕ ਗਤੀਸ਼ੀਲ ਮਿਸ਼ਰਣ ਹੈ, ਡਾਇਨਾਮਿਕ ਬਹੁਤ ਇੰਪੋਰਟੈਂਟ ਹੈ ਪਰਸਨੈਲਿਟੀ ਦੇ ਵਿੱਚ। ਇਹਦਾ ਮਤਲਬ ਇਹ ਨਹੀਂ ਹੈ ਕਿ ਬੱਚਾ ਜਿਵੇਂ ਪੈਦਾ ਹੋਇਆ ਅਤੇ ਉਹਦੇ ਪਰਸਨੈਲਿਟੀ ਐਜ਼ ਇਟ ਇਜ਼ ਹੀ ਰਹਿ ਜਾਣੀ ਹੈ। ਵਿਦ ਪੈਸੇਜ ਆਫ ਟਾਈਮ ਉਹ ਚੇਂਜ ਵੀ ਹੋ ਸਕਦੀ ਹੈਗੀ, ਉਹਦਾ ਗੱਲ ਆਪਾਂ ਅੱਗੇ ਸੋਚ ਕਰਾਂਗੇ। ਕਹਿਣ ਦਾ ਭਾਵ ਕਿ ਅੰਦਰਲੇ ਬਾਹਰਲੇ ਜਿੰਨੇ ਵੀ ਤਮਾਮ ਉਹਦੇ ਗੁਣ ਨੇ, ਉਹਨਾਂ ਦਾ ਇੱਕ ਜਿਹੜਾ ਮਿਸ਼ਰਣ, ਔਰ ਉਹਨਾਂ ਗੁਣਾਂ ਦੇ ਆਧਾਰ ਦੇ ਉੱਪਰ ਉਹ ਜ਼ਿੰਦਗੀ ਦੀ ਚੁਣੌਤੀਆਂ ਨੂੰ ਕਿੰਨੇ ਵਧੀਆ ਤਰੀਕੇ ਦੇ ਨਾਲ ਫੇਸ ਕਰਦਾ, ਉਹਨੂੰ ਪਰਸਨੈਲਿਟੀ ਕਹਿ ਸਕਦੇ ਹਾਂ। ਕਹਿੰਦੇ ਜਿਹੜਾ ਕਾਲਜ ਨਹੀਂ ਗਿਆ ਉਹਨੇ ਦੁਨੀਆ ਨਹੀਂ ਦੇਖੀ। ਕਾਲਜ ਇੱਕ ਆਪਣਾ ਰੰਗ ਹੁੰਦਾ ਆ, ਪਰ ਸਕੂਲ ਦੇ ਦੌਰਾਨ ਹੀ ਵਿਦਿਆਰਥੀ ਦੀ ਪ੍ਰਤਿਭਾ ਨੂੰ ਨਿਖਾਰਨਾ, ਉਹਨਾਂ ਦੇ ਲਈ ਪਰਸਨੈਲਿਟੀ ਡਿਵੈਲਪਮੈਂਟ, ਜਿਹੜਾ ਅਸੀਂ ਟੈਕਨੀਕਲੀ ਅੱਜ ਕੱਲ ਅੱਖਰ ਵਰਤ ਰਹੇ ਹਾਂ, ਹਨਾ, ਉਹ ਕਿੰਨਾ ਜ਼ਰੂਰੀ ਹੋ ਜਾਂਦਾ ਕਿ ਸਕੂਲੀ ਪੱਧਰ ਤੇ ਸ਼ੁਰੂ ਹੋ ਜਾਵੇ ਬੱਚੇ ਦਾ। ਵੈਸੇ ਤਾਂ ਦੇਖੋ ਜਿਹੜੀ ਪਰਸਨੈਲਿਟੀ ਹੈ ਉਹ ਸਕੂਲ ਤੋਂ ਪਹਿਲਾਂ ਹੀ, ਉਹਦਾ ਵਿਕਾਸ ਪਹਿਲਾਂ ਹੀ ਸ਼ੁਰੂ ਹੋ ਜਾਂਦਾ, ਘਰ ਦੇ ਵਿੱਚ ਹੀ ਹੈ। ਤੁਸੀਂ ਦੇਖਦੇ ਹੋ ਬੱਚੇ ਜਿਹੜੇ ਹੈਗੇ ਆ ਸਕੂਲ ਨਹੀਂ ਵੀ ਜਾਂਦੇ, ਲੇਕਿਨ ਜੋ ਉਹਨਾਂ ਦੇ ਘਰ ਦਾ ਪਰਿਵੇਸ਼ ਹੈ, ਮਾਹੌਲ ਹੈ, ਇਨਵਾਇਰਮੈਂਟ ਜਿਹਨੂੰ ਕਹਿੰਦੇ ਆ, ਉਹਦੇ ਤੋਂ ਹੀ ਸਿੱਖਣਾ ਸ਼ੁਰੂ ਕਰਦੇ ਆ। ਉਹ ਜੇ ਮੰਨ ਲਓ ਕਿਸੇ ਹਿੰਦੂ ਫੈਮਿਲੀ 'ਚ ਪੈਦਾ ਹੋਇਆ, ਹਿੰਦੁਸਤਾਨ 'ਚ ਪੈਦਾ ਹੋਇਆ,
ਅਮਰੀਕਾ 'ਚ ਪੈਦਾ ਹੋਇਆ, ਆਸਟ੍ਰੇਲੀਆ 'ਚ ਹੋਇਆ, ਕਿਸੇ ਕ੍ਰਿਸਚਨ ਫੈਮਿਲੀ 'ਚ ਹੋਇਆ ਜਾਂ ਕਿਸੇ 'ਚ ਵੀ, ਉਹ ਦੇਖਦੇ ਹਾਂ ਕਿ ਅਸੀਂ ਬਹੁਤ ਸਾਰੀ ਚੀਜ਼ਾਂ ਉਹ ਬਿਨਾਂ ਕਿਸੇ ਪੜ੍ਹਾਈ ਲਿਖਾਈ ਦੇ ਹੀ ਸਿੱਖਦਾ ਆਪ ਪਰਿਵੇਸ਼ ਤੋਂ, ਔਰ ਉਹਦੇ ਬਾਅਦ ਘਰ ਦੇ ਵਿੱਚ ਜੋ ਕੁਝ ਘਰ ਤੱਕ ਹੁੰਦਾ ਵਾਪਰਦਾ ਉਹਦੇ ਤੋਂ ਬਹੁਤ ਕੁਝ ਆਪਣੇ ਆਪ ਹੀ ਸਿੱਖਣਾ ਸ਼ੁਰੂ ਕਰ ਦਿੰਦਾ। ਔਰ ਕੁਝ ਚੀਜ਼ਾਂ ਮਾਂ-ਬਾਪ ਉਹਨੂੰ ਸਿਖਾਉਂਦੇ ਵੀ ਹੈ, ਉਹਨੂੰ ਬੋਲਣਾ ਸਿਖਾਉਂਦੇ ਆ। ਫੋਰ ਐਗਜ਼ਾਮਪਲ ਛੋਟੇ ਛੋਟੇ ਸ਼ਬਦ ਜਿਹੜੇ ਆਪਣੇ ਘਰ ਦੇ ਵਿੱਚ ਲੋੜੀਂਦੇ ਹੈਗੇ ਆ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ, ਉਹ ਬੱਚਾ ਸਕੂਲ ਜਾਣ ਤੋਂ ਪਹਿਲਾਂ ਹੀ ਸਿੱਖਣਾ ਸ਼ੁਰੂ ਕਰ ਦਿੰਦਾ। ਕੁਝ ਚੀਜ਼ਾਂ ਬੱਚਾ ਬਿਨਾਂ ਸਿਖਾਏ ਵੀ ਸਿੱਖਦਾ। ਜੇ ਉਹਦੇ ਹੱਥ 'ਚ ਕਿਸੇ ਮੰਨ ਲਓ ਗਰਮ ਚਾਹ ਦਾ ਜਾਂ ਪਾਣੀ ਦਾ ਗਲਾਸ ਦੇ ਕੇ ਜ਼ਿੰਦਗੀ 'ਚ ਛੋਟੇ ਬਚਪਨ 'ਚ ਬੋਲਣਾ ਵੀ ਨਹੀਂ ਆਉਂਦਾ, ਲੱਗ ਜਾਂਦਾ, ਦੁਬਾਰਾ ਉਹਨੂੰ ਹੱਥ ਨਹੀਂ ਲਾਉਂਦਾ, ਉਹ ਸਿੱਖ ਜਾਂਦਾ, ਪਰਸਨੈਲਿਟੀ ਦਾ ਪਾਰਟ ਹੈ। ਇਹ ਜਿਹੜੀ ਪ੍ਰੋਸੈਸ ਹੈ, ਜੇ ਉਹਨੂੰ ਅਸੀਂ ਸਾਇੰਟੀਫਿਕ ਨਾਮ ਦੇਵਾਂਗੇ ਤਾਂ ਬੜੇ ਵੱਡੇ ਵੱਡੇ ਨਾਮ ਨੇ, ਲੇਕਿਨ ਉਹ ਅਚਨਚੇਤ ਹੀ ਬਹੁਤ ਸਹਿਜ ਭਾਵ ਨਾਲ ਹੀ ਸਿੱਖ ਰਿਹਾ। ਇਸ ਕਰਕੇ ਉਹਦੀ ਪਰਸਨੈਲਿਟੀ ਡਿਵੈਲਪਮੈਂਟ ਜਿਹੜਾ ਵਿਕਾਸ ਹੈ ਉਹਦੇ ਬੱਚੇ ਦਾ, ਕਿਵੇਂ ਉਹ ਖੜਾ ਹੁੰਦਾ, ਕਿਵੇਂ ਰਿੜਦਾ, ਕਿੱਥੋਂ ਲੈ ਕੇ ਸਕੂਲ ਜਾਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ। ਔਰ ਜੇ ਤੁਸੀਂ ਜਿਹੜੀ ਸਕੂਲ ਦੀ ਗੱਲ ਕੀਤੀ ਹੈ ਤਾਂ ਸਕੂਲ ਦੇ ਵਿੱਚ ਇੱਕ ਖਾਸ ਕਿਸਮ ਦਾ ਆਰਗੇਨਾਈਜ਼ਡ ਪੈਟਰਨ ਹੈ ਜੀ, ਉਹਦੇ 'ਚ ਇੱਕ ਬਹੁਤ ਨੱਪਿਆ ਤੁਲਿਆ ਸਿਸਟਮ ਹੈ, ਪ੍ਰਣਾਲੀ ਹੈ, ਪ੍ਰੋਸੈਸ ਹੈ, ਪ੍ਰਕਿਰਿਆ ਹੈ, ਜਿਹਦੇ ਰਾਹੀਂ ਉਹਦਾ ਵਿਕਾਸ ਬਹੁਤ ਸੁਚੱਜੇ ਢੰਗ ਦੇ ਨਾਲ ਔਰ ਕੌਨਸ਼ੀਅਸ ਚੇਤਨ ਰੂਪ ਦੇ ਨਾਲ ਕੀਤਾ ਜਾਂਦਾ। ਇਸ ਕਰਕੇ ਕਾਲਜ ਪਹੁੰਚਣ ਤੋਂ ਪਹਿਲਾਂ ਘਰ ਔਰ ਘਰ ਦੇ ਵਿੱਚ ਬਾਅਦ ਸਕੂਲ 'ਚ ਜੇ ਬੱਚਾ ਮੰਨ ਲਓ 10ਵੀਂ ਤੱਕ ਵੀ ਪੜ੍ਹਦਾ ਤੇ ਮੰਨ ਲਓ 15 ਸਾਲ ਉਹ ਪੜ੍ਹਦਾ 10ਵੀਂ ਤੋਂ ਪਹਿਲਾਂ ਨਰਸਰੀ ਕਰਾ ਕੇ, ਤੇ ਉਹਦਾ ਮਤਲਬ 12-15 ਸਾਲ ਦੇ ਦੌਰਾਨ ਜੋ ਕੁਝ ਉਹਦੀ ਪਰਸਨੈਲਿਟੀ ਡਿਵੈਲਪਮੈਂਟ ਦੇ ਬੀਜੇ ਜਾ ਸਕਦੇ ਆ, ਉਹਦੇ ਵਾਸਤੇ ਜਿਹੜੀ ਬਹੁਤ ਉਪਜਾਊ ਗਰਾਊਂਡ ਹੈ ਉਹ ਸਕੂਲ ਹੀ ਹੈ। ਔਰ ਸਕੂਲ ਇਹ ਕੰਮ ਆਪਣੇ ਪੱਧਰ ਤੇ ਜਿੱਥੇ ਤੱਕ ਵਧੀਆ ਹੈ ਉਹਨਾਂ ਨੂੰ ਕਰਨਾ ਵੀ ਚਾਹੀਦਾ ਔਰ ਕਰਦੇ ਵੀ ਨੇ। ਸਕੂਲ ਦੀ ਗੱਲ ਹੋਈ ਹੈ ਨਾ 10ਵੀਂ 12ਵੀਂ ਤੱਕ ਦੀ, ਅਸੀਂ ਅਕਸਰ ਕਹਿੰਦੇ ਸੁਣਿਆ ਕਿ ਬੱਚੇ ਦੀ ਬਣਨ ਦੀ ਉਮਰ ਵੀ ਸਕੂਲ ਹੀ ਹੁੰਦੀ ਆ, ਬੱਚੇ ਦੀ ਵਿਗੜਨ ਦੀ ਉਮਰ ਵੀ ਸਕੂਲ ਹੀ ਹੁੰਦੀ ਆ। ਸੋ ਜੇ ਅਸੀਂ ਉਹਦੀ ਪਰਸਨੈਲਿਟੀ ਡਿਵੈਲਪਮੈਂਟ ਸਕੂਲ ਦੇ ਵਿੱਚ ਸ਼ੁਰੂ ਕਰ ਦਈਏ ਤਾਂ ਉਹਦਾ ਵਿਕਾਸ ਵੱਡੇ ਪੱਧਰ ਤੇ ਹੋ ਸਕਦਾ। ਇੱਕ ਅਧਿਆਪਕ ਦੇ ਤੌਰ ਤੇ ਤੁਸੀਂ ਕੀ ਦੇਖਦੇ ਆ? ਤੁਹਾਡੇ ਕੋਲ +1 +2 ਦੇ ਵੀ ਬੱਚੇ ਆ ਜਾਂਦੇ ਆ ਕਾਲਜਿਸ ਦੇ ਵਿੱਚ ਨਾ, ਜਿਹੜੇ ਕਾਲਜੀਏਟ ਸਕੂਲਸ ਹੁੰਦੇ ਆ, ਉਸ ਦਰਮਿਆਨ ਬੱਚੇ ਆਪਾਂ ਆਮ ਤੌਰ ਤੇ ਧਾਰਨਾ ਬਣਾਈ ਹੋਈ ਹੈ ਕਿ ਇਹ ਵਿਦਿਆਰਥੀ ਹੈ, ਇਹ ਗਲਤ ਪਾਸੇ ਜ਼ਿਆਦਾ ਜਲਦੀ ਜਾਣਗੇ। ਤੁਹਾਨੂੰ ਕੀ ਲੱਗਦਾ ਹੈ ਕਿ ਬੱਚੇ ਗਲਤ ਚੀਜ਼ਾਂ ਵੱਲ ਜਲਦੀ ਆਕਰਸ਼ਿਤ ਹੁੰਦੇ ਆ ਕਿ ਵਧੀਆ ਚੀਜ਼ਾਂ ਦੇ ਵੱਲ? ਦੇਖੋ ਇਹ ਨਾ ਬੜਾ ਵੱਡਾ ਵਿਰੋਧਾਭਾਸ ਹੈ। ਕਿਹਾ ਜਾਂਦਾ ਕਿ ਅੱਜ ਦਾ ਜਿਹੜਾ ਜ਼ਮਾਨਾ ਬੜਾ ਖਰਾਬ ਹੈ ਜੀ, ਕਲਯੁਗ ਚੱਲ ਰਿਹਾ ਹੈਗਾ ਜੀ, ਇੱਥੇ ਬਤਾਇਤ ਜਿਹੜੀ ਹੈਗੀ ਹੈ ਨਾ ਮੈਜੋਰਿਟੀ ਹੈ ਬੁਰਾਈ ਦੀ ਹੈਗੀ ਹੈ, ਇਸ ਕਰਕੇ ਬੁਰੀ ਚੀਜ਼ਾਂ ਬੱਚਾ ਪਹਿਲਾਂ ਸਿੱਖਦਾ ਹੈਗਾ। ਲੇਕਿਨ ਇਹ ਗੱਲ ਇਸ ਤਰ੍ਹਾਂ ਨਹੀਂ ਹੈ, ਇਹ ਹਮੇਸ਼ਾ ਹੀ ਇਸ ਤਰ੍ਹਾਂ ਰਹੀ ਹੈ, ਪਹਿਲਾਂ ਵੀ ਇਸ ਤਰ੍ਹਾਂ ਹੀ ਸੀਗਾ। ਇਹ ਇੱਕ ਹਿਊਮਨ ਵੀਕਨੈਸ ਕਹਿ ਲਓ, ਇਹ ਇੱਕ ਮਾਨਵੀ ਕਮਜ਼ੋਰੀ ਜਾਂ ਟੈਂਡੈਂਸੀ ਹੈ ਕਿ ਜਿਹੜੀ ਚੀਜ਼ ਆਸਾਨ ਲੱਗਦੀ ਹੈ ਨਾ, ਬੰਦਾ ਉਹਨੂੰ ਪਹਿਲਾਂ ਗ੍ਰਹਿਣ ਕਰਦਾ ਆਸਾਨ। ਜੇ ਤੁਸੀਂ ਕਹਿਣਾ ਕਿ ਬੱਚੇ ਨੂੰ ਕਿ ਜ਼ਿੰਦਗੀ 'ਚ ਸੱਚ ਬੋਲਣਾ ਚਾਹੀਦਾ ਹੈ, ਲੇਕਿਨ ਬੱਚੇ ਨੂੰ ਲੱਗਦਾ ਜੇ ਮੈਂ ਝੂਠ ਬੋਲ ਕੇ ਕੋਈ ਛੋਟਾ ਜਿਹਾ ਬੈਨੀਫਿਟ ਲੈਣਾ ਹੋ ਤਾਂ ਮੈਂ ਉਹ ਬਹੁਤ ਸੌਖਾ ਲੱਗਦਾ ਰਸਤਾ। ਇਸ ਕਰਕੇ ਇਹ ਹਿਊਮਨ ਵੀਕਨੈਸ ਹੈ, ਇਹ ਟੈਂਡੈਂਸੀ ਹੈ, ਜਿਸ ਕਰਕੇ ਲੱਗਦਾ ਹੈ ਕਿ ਬੁਰਾਈ ਦਾ ਰਸਤਾ ਆਸਾਨ ਹੈ ਔਰ ਉਹਦੇ ਕਰਕੇ ਇੱਕ ਪਰਸੈਪਸ਼ਨ ਬਣ ਜਾਂਦੀ ਸਮਾਜ ਦੇ ਵਿੱਚ, ਧਾਰਨਾ ਬਣਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਬੱਚਾ ਜੀ ਇਹ ਤਾਂ ਬੁਰਾ ਹੀ ਹੈਗਾ ਦਿਸ ਦੈਟ, ਲੇਕਿਨ ਐਸਾ ਹੈ ਨਹੀਂ। ਲੇਕਿਨ ਚਾਰੋਂ ਪਾਸੇ ਜੋ ਮਾਹੌਲ ਹੁੰਦਾ ਉਹਦੇ ਕਰਕੇ, ਔਰ ਇੱਕ ਜਿਹੜੀ ਸਾਡੀ ਆਪਣੀ ਵੀ ਜਿਹੜਾ ਟੀਚਰ ਹੈ ਉਹ ਵੀ ਇੱਕ ਹਿਊਮਨ ਬੀਇੰਗ ਹੈ, ਉਹਦੀ ਵੀ ਪਰਸਨੈਲਿਟੀ ਦਾ ਇੱਕ ਪਾਰਟ ਹੈਗਾ, ਉਹਦੀ ਵੀ ਹਿਊਮਨ ਟੈਂਡੈਂਸੀ ਉਹੀ ਹੈ। ਇਸ ਕਰਕੇ ਲੇਕਿਨ ਇੱਕ ਆਈਡੀਅਲ ਟੀਚਰ ਹੋਣ ਦੇ ਨਾਤੇ, ਇੱਕ ਅੱਛੇ ਆਦਰਸ਼ ਟੀਚਰ ਹੋਣ ਦੇ ਨਾਤੇ ਸਾਨੂੰ ਇਹ ਧਾਰਨਾ ਬਿਲਕੁਲ ਨਹੀਂ ਪਾਲਣੀ ਚਾਹੀਦੀ ਹੈ। ਟੀਚਰ ਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਹਰ ਬੱਚਾ ਯੂਨੀਕ ਹੈ। ਜੇ ਇੱਕ ਕਲਾਸ ਦੇ ਵਿੱਚ 40 ਬੱਚੇ ਪੜ੍ਹਾ ਰਿਹਾ ਹੈ, 35 ਬੱਚੇ ਪੜ੍ਹਾ ਰਿਹਾ ਹੈ, ਜ਼ਿਆਦਾ ਵੀ ਪੜ੍ਹਾ ਰਿਹਾ ਹੈ, ਤੇ ਸਾਰੇ ਦੇ ਸਾਰੇ ਬੇਸ਼ੱਕ ਸਬਜੈਕਟ ਉਹ ਇੱਕੋ ਹੀ ਪੜ੍ਹਾ ਰਿਹਾ, ਟੌਪਿਕ ਉਹ ਇੱਕੋ ਹੀ ਪੜ੍ਹਾ ਰਿਹਾ, ਲੇਕਿਨ ਗ੍ਰਹਿਣ ਕਰਨ ਵਾਲੇ ਬੱਚੇ ਜਿਹੜੇ ਹੈਗੇ ਆ, ਉਹਨਾਂ ਦਾ ਬੌਧਿਕ ਸਤਰ, ਉਹਨਾਂ ਦੀ ਪਰਵਰਿਸ਼, ਉਹਨਾਂ ਦਾ ਮੈਂਟਲ ਲੈਵਲ, ਉਹਦਾ ਦਾ ਸੋਸ਼ੋ ਇਕਨੋਮਿਕ ਸਮਾਜਿਕ ਆਰਥਿਕ ਪੱਧਰ ਪਰਿਵੇਸ਼ ਜਿੱਥੋਂ ਆਏ ਨੇ ਉਹ ਵੱਖ-ਵੱਖ ਹੈ, ਉਹਨੂੰ ਹਮੇਸ਼ਾ ਧਿਆਨ 'ਚ ਰੱਖਣਾ ਚਾਹੀਦਾ। ਕਈ ਵਾਰੀ ਅਸੀਂ ਅਕਸਰ ਦੇਖਦੇ ਹਾਂ ਕਿ ਜਿਹੜੇ ਵਿਦਿਆਰਥੀ ਹੁੰਦੇ ਉਹਨਾਂ ਨੂੰ ਜਦੋਂ ਕੋਈ ਚੀਜ਼ ਆਕਰਸ਼ਿਤ ਕਰਦੀ ਆ ਉਹ ਉਧਰ ਭੱਜੇ ਜਾਂਦੇ ਆ, ਹਨਾ। ਕਈ ਹੁੰਦੇ ਆ ਕਲਾਸ ਦੇ ਵਿੱਚ ਪਹਿਲੇ ਨੰਬਰ ਤੇ ਆਉਂਦੇ ਆ, ਕਈ ਹੁੰਦੇ ਕਲਾਸ 'ਚ ਦੂਸਰੇ ਨੰਬਰ ਤੇ ਆਉਂਦੇ ਆ, ਕਈਆਂ ਦੇ ਪੜ੍ਹਨ ਦੇ ਬਾਵਜੂਦ ਉਹਨਾਂ ਦੇ ਨੰਬਰ ਨਹੀਂ ਆਉਂਦੇ, ਪਰ ਕੁਦਰਤੀ ਤੌਰ ਤੇ ਕੁਝ ਅਧਿਆਪਕ ਜਿਹੜੇ ਨੇ ਉਹ ਪਹਿਲੇ ਦੂਸਰੇ ਨੰਬਰ ਤੇ ਆਉਣ ਵਾਲਿਆਂ ਨੂੰ ਜ਼ਿਆਦਾ ਪਸੰਦ ਕਰਦੇ ਆ। ਪਰ ਮੈਂ ਅੱਖੀ ਕੁਝ ਅਧਿਆਪਕ ਦੇਖੇ ਹੋਏ ਆ ਜਿਹੜੇ ਨਹੀਂ ਵੀ ਨੰਬਰ ਲੈ ਪਾਉਂਦੇ ਉਹਨਾਂ ਨੂੰ ਵੀ ਉਨੀ ਮੁਹੱਬਤ ਕਰਦੇ ਆ। ਇੱਥੇ ਬੱਚੇ ਦੀ ਪਰਸਨੈਲਿਟੀ ਡਿਵੈਲਪਮੈਂਟ ਕਿੱਦਾਂ ਜੁੜਦੀ ਆ ਕਿ ਬੱਚਾ ਚਾਹੇ ਪੜ੍ਹਾਈ 'ਚ ਇੰਨਾ ਹੁਸ਼ਿਆਰ ਨਹੀਂ ਹੈਗਾ ਪਰ ਉਹਨੂੰ ਦੂਸਰੀਆਂ ਚੀਜ਼ਾਂ ਦੇ ਲਈ ਅਧਿਆਪਕ ਉਤਸ਼ਾਹਿਤ ਕਰੇ। ਦੇਖੋ ਇਹ ਅਧਿਆਪਕ ਦਾ ਹੀ ਰੂਲ ਹੈ, ਉਹਨੂੰ ਇੱਕ ਅਧਿਆਪਕ ਨੂੰ ਕਿਹਾ ਜੀ ਉਹ ਜੋਹਰੀ ਹੈ, ਜੋਹਰੀ ਜਿਹੜਾ ਹੈਗਾ ਉਹ ਉਹਦੀ ਕੀਮਤ ਜਾਣਦਾ ਹੀਰੇ ਦੀ, ਉਹਨੂੰ ਦੇਖਣਾ ਕਿ ਇਹ ਹੀਰਾ ਕਿੱਦਾਂ ਦਾ ਹੈ, ਉਹਦੀ ਕੀਮਤ ਕਿੰਨੀ ਹੈ। ਇਹ ਵਿਦਿਆਰਥੀ ਜਿਵੇਂ ਮੈਂ ਕਿਹਾ ਕਿ ਹਰ ਬੱਚਾ ਯੂਨੀਕ ਹੈ,
ਉਹ ਇਹ ਬੱਚਾ, ਔਰ ਇਹ ਵੀ ਤੁਸੀਂ ਕਹਿ ਰਹੇ ਹੋ ਕਿ ਪਹਿਲੇ ਨੰਬਰ ਤੇ ਆਂਦਾ, ਦੂਜੇ ਨੰਬਰ ਤੇ ਆਂਦਾ, ਇਹ ਵੀ ਪੋਸੀਬਲ ਹੈ ਕਿ ਇੱਕ ਵਿਦਿਆਰਥੀ ਇੱਕ ਖਾਸ ਸਬਜੈਕਟ ਦੇ ਵਿੱਚ ਪਹਿਲੇ ਨੰਬਰ ਤੇ ਆਂਦਾ, ਲੇਕਿਨ ਬਾਕੀ ਸਬਜੈਕਟ ਉਹਦੀ ਪਰਫਾਰਮੈਂਸ ਉਦਾਂ ਦੀ ਨਹੀਂ ਹੁੰਦੀ ਹੈ। ਬਿਲਕੁਲ। ਇਸ ਕਰਕੇ ਅੱਛੇ ਟੀਚਰ ਦੀ ਪਹਿਚਾਨ ਇਹੀ ਹੈ ਕਿ ਉਹ ਟੀਚਰ ਉਸ ਬੱਚੇ ਦੇ ਉਹ ਇਨੇਟ ਕੁਆਲਿਟੀਜ਼ ਦੇਖੇ। ਹੋ ਸਕਦਾ ਕਿ ਬੱਚਾ ਜਿਹੜਾ ਹੈਗਾ ਕਿ ਸਾਇੰਸ ਔਰ ਮੈਥਸ ਦੇ ਵਿੱਚ ਅੱਛਾ ਪਰਫਾਰਮ ਨਹੀਂ ਕਰ ਰਿਹਾ, ਲੇਕਿਨ ਉਹ ਬਹੁਤ ਅੱਛੀ ਡਰਾਇੰਗ ਡਰਾ ਕਰ ਸਕਦਾ ਹੈਗਾ, ਉਹ ਖੇਡਾਂ ਦੇ ਵਿੱਚ ਬਹੁਤ ਅੱਛਾ ਹੋ ਸਕਦਾ, ਉਹ ਹੋ ਸਕਦਾ ਕਿ ਬਹੁਤ ਅੱਛਾ ਕੋਈ ਉਹਦੇ ਕੋਲ ਗਾਣ ਦੀ ਕਲਾ ਹੋਵੇ, ਉਹਦੇ ਕੋਲ ਕਿਸੇ ਕੰਮ ਨੂੰ ਬਹੁਤ ਤੇਜ਼ੀ ਦੇ ਨਾਲ ਔਰ ਚੰਗੇ ਤਰੀਕੇ ਦੇ ਨਾਲ ਕਰਨ ਦੀ ਕਲਾ ਹੋਵੇ। ਤੇ ਇਹ ਟੀਚਰ ਦੀ ਇੱਕ ਜ਼ਿੰਮੇਵਾਰੀ ਹੈ ਕਿ ਆਪਣੀ ਪੜ੍ਹਾਈ ਦੇ ਦੌਰਾਨ ਜਿਸ ਤਰੀਕੇ ਨਾਲ, ਕਿਉਂਕਿ ਸਕੂਲ ਦੇ ਵਿੱਚ ਖਾਸ ਕਰਕੇ ਰੋਲ ਬਹੁਤ ਇੰਪੋਰਟੈਂਟ ਬਣ ਜਾਂਦਾ ਹੈਗਾ। ਆਮ ਤੌਰ ਤੇ ਬੱਚੇ ਸਕੂਲ ਫ੍ਰੀਕੁਐਂਟਲੀ ਚੇਂਜ ਨਹੀਂ ਕਰਦੇ ਹੈ, 8-8 10-10 ਸਾਲ ਇੱਕ ਸਕੂਲ 'ਚ ਰਹਿੰਦੇ ਆ, ਟੀਚਰ ਵੀ ਉੱਥੇ ਹੀ ਰਹਿੰਦੇ 8-8 10 ਸਾਲ। ਇੱਕ ਬਹੁਤ ਪਰਿਵਾਰਿਕ ਸੰਬੰਧ ਬਣਦਾ ਹੈ, ਪੇਰੈਂਟਸ ਟੀਚਰ ਮੀਟਿੰਗ ਲਗਾਤਾਰ ਹੁੰਦੀਆਂ ਨੇ। ਇਸ ਕਰਕੇ ਟੀਚਰ ਨੂੰ ਉਸ ਬੱਚੇ ਦੇ ਪਰਿਵਾਰ ਦਾ, ਉਸ ਬੱਚੇ ਦੇ ਆਸ ਪੜੋਸ ਦਾ, ਰਿਸ਼ਤੇਦਾਰਾਂ ਤੱਕ ਦਾ ਵੀ ਗਿਆਨ ਹੁੰਦਾ ਹੈ। ਇਸ ਕਰਕੇ ਉਸ ਟੀਚਰ ਨੂੰ ਇਹਦੀ ਇਖਲਾਕੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹਦੇ ਕੁਝ ਮਹੀਨਿਆਂ ਦੇ ਅੰਦਰ ਹੀ ਉਹਦੇ ਲਾਗੇ ਜਾ ਕੇ ਪੇਰੈਂਟਸ ਦੇ ਨਾਲ ਵਾਰਤਾਲਾਪ ਕਰਕੇ ਉਹਦੀਆਂ ਜਿਹੜੀਆਂ ਇਨੇਟ ਕੁਆਲਿਟੀਜ਼ ਨੂੰ ਆਇਡੈਂਟੀਫਾਈ ਕਰੇ ਔਰ ਜਿਹੜੇ ਗੁਣ ਉਹਦੇ 'ਚ ਹੈ ਉਹਨੂੰ ਉਸ ਡਾਇਰੈਕਸ਼ਨ ਦੇ ਵਿੱਚ ਅੱਗੇ ਤੋਰੇ। ਤੇ ਜ਼ਰੂਰੀ ਨਹੀਂ ਹੈ ਕਿ ਉਸ ਬੱਚੇ ਨੇ, ਅਸੀਂ ਦੇਖਦੇ ਹਾਂ ਹਿੰਦੁਸਤਾਨ ਨੇ ਦੁਨੀਆ ਦੇ ਮਹਾਨਤਮ ਜਿਹੜੇ ਬੰਦੇ ਹੋਏ ਨੇ ਕਿਸੇ ਵੀ ਖੇਤਰ ਦੇ, ਉਹ ਸਕੂਲ 'ਚ ਡ੍ਰੌਪ ਆਊਟ ਰਹੇ ਨੇ। ਅੱਜ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਨੇ ਸਕੂਲਾਂ ਦੇ ਕਾਲਜਾਂ ਦੇ ਵਿੱਚ ਡ੍ਰੌਪ ਆਊਟ ਰਹੇ ਨੇ। ਸਕੂਲ ਬਹੁਤ ਦੁਨੀਆ ਦੇ ਬੈਸਟ ਪਲੇਅਰਸ ਨੇ, ਬੈਸਟ ਸਾਇੰਟਿਸਟ ਨੇ, ਬੜੀ ਐਗਜ਼ਾਮਪਲਸ ਹੈ। ਅੱਜ ਕੱਲ੍ਹ ਤਾਂ ਖੈਰ ਸੋਸ਼ਲ ਮੀਡੀਆ 'ਤੇ ਅਕਸਰ ਹੀ ਤੁਰੀ ਰਹਿੰਦੀ ਹੈ ਜੀ ਕਿ ਆਇਨਸਟਾਈਨ ਨੂੰ ਸਕੂਲ ਨੇ ਕਹਿ ਦਿੱਤਾ ਸੀ ਇਹ ਸਕੂਲ ਵਾਸਤੇ ਫਿੱਟ ਨਹੀਂ ਹੈ, ਦੁਨੀਆ ਦੇ ਵਿੱਚ ਉਹਦੀ ਕਿਤਾਬਾਂ ਜੋ ਤੇ PhD ਹੋ ਰਹੀ ਹੈਗੀ ਹੈ। ਹੋਰ ਬੜੀਆਂ ਗੱਲਾਂ ਨੇ ਇੱਦਾਂ ਦੀਆਂ। ਤੇ ਇਹ ਟੀਚਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਟੀਚਰ ਆਪਣੀ ਜਿਹੜਾ ਉਹਦਾ ਸਿਲੇਬਸ ਦਾ ਪਾਰਟ ਹੈ ਉਹ ਕਰਾਉਂਦੇ ਨਾਲ ਉਸ ਬੱਚੇ ਦੇ ਉੱਪਰ ਪੂਰੀ ਨਿਗਾਹ ਰੱਖ ਕੇ ਉਹਦੇ ਜਿਹੜੇ ਇੱਦਾਂ ਦੇ ਬੀਜ ਨੇ ਉਹਦੇ ਵਿੱਚ, ਜੇ ਕਿ ਜਿਹਨੂੰ ਥੋੜਾ ਜਿਹਾ ਵਿਕਸਿਤ ਕੀਤਾ ਜਾਵੇ ਤੇ ਉਹ ਬਹੁਤ ਵੱਡੇ ਤਰੀਕੇ ਨਾਲ ਪ੍ਰਫੁੱਲਿਤ ਹੋ ਸਕਦੇ ਨੇ। ਉਹਨਾਂ ਨੂੰ ਆਇਡੈਂਟੀਫਾਈ ਕਰੇ, ਉਹਨਾਂ ਦਾ ਡਿਵੈਲਪਮੈਂਟ ਕਰੇ। ਦੁਨੀਆ ਦੇ ਸਭ ਤੋਂ ਵਧੀਆ ਖਿਡਾਰੀਆਂ ਦੇ ਵਿੱਚੋਂ ਇੱਕ ਕਹਿ ਲਓ, ਜਾਂ ਜਿੰਨੇ ਦੁਨੀਆ ਦੇ ਵਧੀਆ ਖਿਡਾਰੀ ਹੈਗੇ ਫੁੱਟਬਾਲ ਦੇ, ਉਹਨਾਂ ਦੇ ਵਿੱਚ ਰੋਨਾਲਡੋ ਦਾ ਨਾਮ ਆਉਂਦਾ। ਤੁਹਾਡੀ ਗੱਲ ਦੇ ਨਾਲ ਜੋੜ ਰਹੀ ਹਾਂ। ਉਹ ਪਿੱਛੇ ਜੀ ਵੀਡੀਓ ਵਾਇਰਲ ਹੋਈ ਸੀ, ਕਾਫੀ ਜ਼ਿਆਦਾ। ਉਹਨੂੰ ਪੁੱਛਿਆ ਗਿਆ ਤੁਹਾਡਾ ਫੇਵਰਟ ਵਿਸ਼ਾ ਕਿਹੜਾ ਸੀਗਾ ਡਿਊਰਿੰਗ ਸਕੂਲ, ਹੈ ਨਾ? ਉਹਨਾਂ ਨੂੰ ਸਾਇੰਸ ਨਹੀਂ ਕਹਿਣਾ ਆਇਆ, ਉਹਨਾਂ ਨੂੰ ਆਪਣੀ ਖੇਡ ਦੇ ਨਾਲ ਇੰਨਾ ਲਗਾਵ ਹੋ ਗਿਆ। ਅਧਿਆਪਕ ਦੀ ਬੜੀ ਵੱਡੀ ਜ਼ਿੰਮੇਵਾਰੀ ਹੋ ਜਾਂਦੀ ਹੈ, ਜੇ ਬੱਚਾ ਇੱਧਰ ਨਹੀਂ ਚੱਲ ਰਿਹਾ ਉਹਨੂੰ ਇੱਧਰ ਚਲਾ ਦਿਓ, ਹੈ ਨਾ? ਇਹ ਇੱਕ ਨਾ ਹੋਰ ਬੜੀ ਵੀਡੀਓ ਮੈਂ ਦੇਖੀ, ਛਾਈ ਹੋਈ ਆ, ਜੇ ਕਿਤੇ ਤੁਹਾਡਾ ਧਿਆਨ ਪਿਆ ਹੋਵੇ। ਉਹਦੇ 'ਚ ਇੱਕ ਸ਼ਖਸ ਕਹਿੰਦੇ ਨੇ ਕਿ 95% ਤੋਂ ਉੱਤੇ ਜਿੰਨੇ ਵਿਦਿਆਰਥੀਆਂ ਦੇ ਨੰਬਰ ਆਉਂਦੇ ਹੈ ਉਹ ਜ਼ਿਆਦਾਤਰ ਜ਼ਿੰਦਗੀ 'ਚ ਕਾਮਯਾਬ ਨਹੀਂ ਹੁੰਦੇ। ਕਾਰਨ ਇਹ ਹੈ ਕਿ ਉਹ ਕੇਵਲ ਤੇ ਕੇਵਲ ਕਿਤਾਬੀ ਕੀੜਾ ਬਣ ਕੇ ਰਹਿ ਜਾਂਦੇ ਆ। ਪੜ੍ਹਨਾ ਜ਼ਰੂਰੀ ਹੈ, ਪਰ ਉਹ ਕੇਵਲ ਤੇ ਕੇਵਲ ਕਿਤਾਬਾਂ ਦੇ ਵਿੱਚ ਇੰਨੇ ਜ਼ਿਆਦਾ ਰੁੱਝ ਜਾਂਦੇ ਨੇ ਕਿ ਉਹ ਆਪਣੀ ਓਵਰਆਲ ਗਰੋਥ, ਜਿਹਨੂੰ ਆਪਾਂ ਕਹਿੰਦੇ ਪੂਰਨ ਤਰੀਕੇ ਦੇ ਨਾਲ ਵਿਕਾਸ ਨਹੀਂ ਕਰ ਪਾਉਂਦੇ ਹੈਗੇ। ਸੋ ਕਿਤਾਬਾਂ ਤੋਂ ਇਲਾਵਾ ਦੂਸਰੇ ਤਰੀਕੇ ਦੇ ਨਾਲ ਵਿਕਾਸ ਅਧਿਆਪਕ ਕਰਾ ਦੇਵੇ, ਕਿੰਨਾ ਜ਼ਰੂਰੀ ਹੋ ਜਾਂਦਾ। ਇਹ ਬਹੁਤ ਜ਼ਰੂਰੀ ਹੈ। ਇਹ ਤਾਂ 95% ਵਾਲੀ ਗੱਲ ਕੀ ਹੈ, 99% ਦੇ ਵੀ ਟਰੂ ਹੈ ਕਿ ਤੁਸੀਂ ਅੱਜ ਬਹੁਤ ਦੁਨੀਆ 'ਚ ਸਰਵੇ ਔਰ ਸਟੱਡੀਜ਼ ਹੋਈਆਂ ਨੇ, ਜਿਹੜੇ ਬੰਦੇ ਅੱਜ ਆਪਣੇ ਫੀਲਡ ਦੇ ਮਾਹਿਰ ਨੇ ਉਹਨਾਂ ਨੇ ਉਹ ਸਕੂਲ ਔਰ ਕਾਲਜ ਦੇ ਵਿੱਚ ਉਸ ਵਿਸ਼ੇ ਦੀ ਪੜ੍ਹਾਈ ਹੀ ਨਹੀਂ ਕੀਤੀ ਹੈ ਜੀ। ਇਹ ਬੜੀ ਵੱਡੀ ਗੱਲ ਹੈ ਔਰ ਬੜੀ ਵੱਡੀ ਰੈਵੂਲੇਸ਼ਨ ਹੈ ਇਹ, ਔਰ ਬਿਲਕੁਲ ਇਹ ਠੀਕ ਹੈ। ਔਰ ਉਹਦਾ ਕਾਰਨ ਇਹੀ ਹੈ ਕਿ ਬੇਸ਼ੱਕ ਅੰਡਰ ਪ੍ਰੈਸ਼ਰ ਸਮਾਜ ਦਾ, ਪਰਿਵਾਰ ਦਾ, ਕਿ ਉਹ ਪੜ੍ਹਨਾ ਜ਼ਰੂਰੀ ਹੈ ਜ਼ਿੰਦਗੀ 'ਚ, ਇਸ ਕਰਕੇ ਸਕੂਲ ਕਾਲਜਾਂ 'ਚ ਐਡਮਿਸ਼ਨ ਲੈ ਲਈ। ਲੇਕਿਨ ਅਲਟੀਮੇਟਲੀ ਵਿਦ ਪੈਸੇਜ ਆਫ ਟਾਈਮ ਜਦ ਉਹਨਾਂ ਨੇ ਰਿਅਲਾਈਜ਼ ਕੀਤਾ, ਜਦ ਆਪਣੇ ਪੱਧਰ ਤੇ ਆਪ ਚੰਗਾ ਮਾੜਾ ਸੋਚਣ ਦੀ ਸ਼ਕਤੀ ਆਈ, ਤੇ ਫਿਰ ਲੱਗਿਆ ਕਿ ਨਹੀਂ ਸਾਡਾ ਤਾਂ ਇਹ ਫੀਲਡ ਨਹੀਂ ਹੈ, ਔਰ ਦੂਸਰੇ ਪਾਸੇ ਤੁਰ ਪਏ। ਔਰ ਅਕਸਰ ਕੀ ਮੈਂ ਜਿਹੜੀ ਗੱਲ ਕਹਿ ਰਿਹਾ ਬਿਲਕੁਲ ਠੀਕ ਹੈ ਕਿ ਬਹੁਤ ਮੈਜੋਰਟੀ ਲੋਕਾਂ ਦੇ ਪ੍ਰੋਫੈਸ਼ਨ ਅੱਜ ਉਹ ਨੇ ਜਿਹੜੀ ਦੀ ਪੜ੍ਹਾਈ ਉਹਨਾਂ ਨੇ ਨਹੀਂ ਕੀਤੀ ਹੈ। ਔਰ ਉਹਦੇ ਵਿੱਚ ਜੇ ਇਹ ਸਿਸਟਮ ਇਸ ਤਰੀਕੇ ਦਾ, ਤੇ ਕਿਤੇ ਨਾ ਕਿਤੇ ਉਹ ਸਕੂਲ ਔਰ ਕਾਲਜ ਔਰ ਟੀਚਿੰਗ ਔਰ ਸਾਰਾ ਇਹ ਸਿਸਟਮ ਉਹ ਕਿਤੇ ਨਾ ਕਿਤੇ ਫੇਲ ਹੁੰਦਾ ਨਜ਼ਰ ਆਉਂਦਾ ਹੈਗਾ। ਕਿ ਇਹ ਕਿਉਂ ਨਹੀਂ ਅਸੀਂ ਕਹਿੰਦੇ ਕਿ ਆਪਾਂ ਆਪਣੇ ਦੇਸ਼ ਦੀ ਗੱਲ ਕਰੀਏ ਕਿ ਐਡਾ ਵੱਡਾ ਦੇਸ਼ ਹੈ, ਇਹਦੇ 'ਚ ਤਾਂ ਹਰ ਫੀਲਡ ਦੇ ਵਿੱਚ ਸਾਡੇ ਕੋਲ ਮਾਹਿਰ ਹੋਣੇ ਚਾਹੀਦੇ ਆ, ਲੇਕਿਨ ਨਹੀਂ ਹੈ। ਅਸੀਂ ਦੇਖਦੇ ਹਾਂ ਕਿ ਬੱਚੇ IIT 'ਚ ਐਡਮਿਸ਼ਨ ਹੋ ਜਾਂਦੀ ਹੈ ਔਰ ਉਹਦੇ ਬਾਅਦ ਕਿੱਡਾ ਵੱਡਾ ਪ੍ਰੈਸਟੀਜੀਅਸ ਕੰਪੀਟੀਸ਼ਨ ਕਲੀਅਰ ਕਰਨ ਤੋਂ ਬਾਅਦ ਬਾਅਦ 'ਚ ਬੱਚੇ ਸੁਸਾਈਡ ਕਰ ਰਹੇ ਨੇ। ਕਿਉਂ ਕਰ ਰਹੇ ਨੇ? ਉਹ ਸਿਰਫ ਇਸ ਕਰਕੇ ਕਿ ਜਦ ਜ਼ਿੰਦਗੀ ਦੇ ਵਿੱਚ ਐਕਚੁਅਲ ਜ਼ਿੰਦਗੀ 'ਚ ਜਾਂਦੇ ਆ ਕੋਈ ਸਾਰੀ ਪੜ੍ਹਾਈਆਂ ਕਰਕੇ, ਤੇ ਉਹ ਜਿਹੜੀਆਂ ਸਕਿੱਲਸ ਚਾਹੀਦੀਆਂ, ਸੈਟ ਆਫ ਸਕਿੱਲਸ ਜਿਹੜਾ ਇੱਕ ਵਧੀਆ ਤਰੀਕੇ ਨਾਲ ਜ਼ਿੰਦਗੀ ਨੂੰ ਜੀਣ ਵਾਸਤੇ, ਉਹਦੇ ਜਿਹੜੇ ਚੈਲੰਜਸ ਨੂੰ ਫੇਸ ਕਰਨ ਵਾਸਤੇ ਉਹ ਉੱਥੇ ਉਹਦਾ ਅਭਾਵ ਹੁੰਦਾ, ਉਹਦੀ ਘਾਟ ਹੁੰਦੀ ਹੈ। ਇਸ ਕਰਕੇ ਇਹ ਟੀਚਰ ਦੀ, ਸਾਡੀ ਐਜੂਕੇਸ਼ਨ ਸਿਸਟਮ ਦੀ ਮੁੱਢਲੀ ਜ਼ਿੰਮੇਵਾਰੀ ਹੈ
ਕਿ ਬੱਚੇ ਨੂੰ ਜਿਹੜਾ ਹੈ ਜੋ ਕਿਤਾਬੀ ਗਿਆਨ ਦੇਣਾ ਉਹ ਦਵੇ, ਲੇਕਿਨ ਉਸ ਗਿਆਨ ਨੂੰ, ਗਿਆਨ ਕੀ ਹੈ ਅਦਰਵਾਈਜ਼ ਕਿਤਾਬ 'ਚ ਸਭ ਕੁਝ ਲਿਖਿਆ ਹੋਇਆ ਲੇਕਿਨ ਦੈਟ ਇਜ਼ ਯੂਜ਼ਲੈਸ। ਜਦ ਤੱਕ ਉਸ ਗਿਆਨ ਦੀ ਐਪਲੀਕੇਸ਼ਨ ਨਹੀਂ ਹੁੰਦੀ ਤਦ ਤੱਕ ਉਹ ਗਿਆਨ ਨਹੀਂ ਹੈ, ਉਹ ਇਨਫੋਰਮੇਸ਼ਨ ਹੈ, ਉਹ ਸੂਚਨਾ ਹੈ, ਕਿਤਾਬ ਦੇ ਵਿੱਚ ਦਰਜ ਹੈ। ਉਸ ਸੂਚਨਾ ਨੂੰ ਜੇ ਯੂਜ਼ ਕਰਨ ਦੀ ਕਾਬਲੀਅਤ ਤੁਹਾਡੇ ਕੋਲ ਹੈ ਤਦ ਉਹ ਗਿਆਨ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ। ਔਰ ਇਹ ਕੰਮ ਟੀਚਰ ਦਾ ਹੀ ਹੈ ਕਿ ਟੀਚਰ ਜੇ ਮੈਥਮੈਟਿਕਸ ਦਾ ਹੈ, ਉਹ ਜੇ ਕੋਈ ਮੈਥਮੈਟਿਕਸ ਦਾ ਪ੍ਰੋਫਿਟ ਐਂਡ ਲਾਸ ਕਨਸੈਪਟ ਸਮਝਾ ਰਿਹਾ ਹੈ, ਉਹਨੂੰ ਇਸ ਕਾਬਿਲ ਬਣਾਉਣਾ ਚਾਹੀਦਾ ਹੈ ਕਿ ਉਹ ਬੱਚਾ ਜ਼ਿੰਦਗੀ ਦੇ ਵਿੱਚ ਪ੍ਰੋਫਿਟ ਲਾਸ ਆਪ ਕੈਲਕੂਲੇਟ ਜ਼ਿੰਦਗੀ ਦੇ ਉੱਤੇ ਵੀ ਕਰੇ। ਇਹ ਨਹੀਂ ਕਿ 10ਵੀਂ ਦਾ ਹਿਸਾਬ ਦੇ ਵਿੱਚ ਫਲਾਨੀ ਪ੍ਰਸ਼ਨਾਵਲੀ ਦਾ ਤੀਜਾ ਸਵਾਲ ਹੈ, ਚੌਥਾ ਸਵਾਲ ਹੈ, ਉਹ ਤਾਂ ਕਰ ਲਊਗਾ ਲੇਕਿਨ ਉਹਦੀ ਐਪਲੀਕੇਸ਼ਨ ਨਾ ਕਰ ਪਵੇ। ਚਾਹੇ ਅੰਗਰੇਜ਼ੀ ਹੈ, ਚਾਹੇ ਸਾਇੰਸ ਹੈ, ਚਾਹੇ ਫਿਜ਼ੀਕਲ ਐਜੂਕੇਸ਼ਨ ਹੈ, ਹਿੰਦੀ, ਕੁਝ ਵੀ ਹੈ। ਮਤਲਬ ਕਿ 10-10 15-15 ਸਾਲ ਤੁਸੀਂ ਇਹ ਦੇਖੋ, ਹਿੰਦੁਸਤਾਨ 'ਚ ਅਸੀਂ ਪੈਦਾ ਹੋਏ ਹਾਂ, ਪੰਜਾਬ 'ਚ ਰਹਿ ਰਹੇ ਹਾਂ, ਹਿੰਦੀ ਪੰਜਾਬੀ ਤਾਂ ਸਾਨੂੰ ਆਣੀ ਚਾਹੀਦੀ ਹੈ ਕਿ ਨਹੀਂ? ਅੰਗਰੇਜ਼ੀ ਦੀ ਗੱਲ ਛੱਡ ਦਈਏ, ਲੇਕਿਨ ਤੁਸੀਂ ਦੇਖੋ ਬਹੁਤ ਬੜੇ ਅੱਛੇ ਡਿਗਰੀ ਹੋਲਡਰਸ ਹੈ, ਉਹਨਾਂ ਨੂੰ ਬੋਲਣ ਦੀ ਕਲਾ ਨਹੀਂ ਹੈ। ਅਸੀਂ ਹਿੰਦੀ ਪੰਜਾਬੀ ਵੀ ਨਹੀਂ ਬੋਲ ਪਾ ਰਹੇ ਜਿਹੜੀ ਸਾਡੀ ਮਾਂ ਬੋਲੀ ਹੈ। ਅੰਗਰੇਜ਼ੀ ਨੂੰ ਛੱਡ ਦਈਏ, ਹਾਲਾਂਕਿ ਅੰਗਰੇਜ਼ੀ ਵੀ ਅਸੀਂ ਕੰਪਲਸਰੀ ਪੜ੍ਹ ਰਹੇ ਹਾਂ। ਅਸੀਂ ਨਰਸਰੀ ਤੋਂ ਲੈ ਕੇ 10ਵੀਂ 12ਵੀਂ ਤੱਕ ਹੀ BA ਕਰੋ, ਉੱਥੇ ਕੰਪਲਸਰੀ ਇੰਗਲਿਸ਼ ਹੈ। ਅੰਗਰੇਜ਼ੀ ਨੂੰ ਫਿਰ ਵੀ ਛੱਡ ਦਿੰਦੇ ਹਾਂ ਕਿ ਚਲੋ ਵਿਦੇਸ਼ੀ ਭਾਸ਼ਾ ਹੈ, ਲੇਕਿਨ ਪੰਜਾਬੀ ਅੰਗਰੇਜ਼ੀ 'ਚ ਵੀ ਨਹੀਂ ਹੈ। ਤੇ ਫਿਰ ਇਸ ਤਰੀਕੇ ਦਾ ਹਿਸਾਬ ਜਿਹੜਾ ਪੜ੍ਹ ਰਹੇ ਹਾਂ ਸਭ ਚੀਜ਼ਾਂ, ਤੇ ਮੈਨੂੰ ਲੱਗਦਾ ਹੈ ਕਿ ਉਹ ਜੋ ਵੀ ਇਨਫੋਰਮੇਸ਼ਨ ਤੋਂ ਗਿਆਨ ਤੱਕ ਪਹੁੰਚਾਉਣਾ ਉਹ ਜ਼ਿੰਮੇਵਾਰੀ ਅਧਿਆਪਕ ਦੀ ਹੈ, ਉਹ ਐਜੂਕੇਸ਼ਨ ਸਿਸਟਮ ਦੀ ਹੈ। ਔਰ ਜੇ ਉਸ ਜ਼ਿੰਮੇਵਾਰੀ ਅਸੀਂ ਬਖੂਬੀ ਨਿਭਾ ਲੈਂਦੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਜੋ ਇੱਕ ਪਾੜ ਹੈ ਕਿ ਜੋ ਕਿਤਾਬੀ ਗਿਆਨ ਔਰ ਵਿਵਹਾਰਿਕ ਗਿਆਨ ਦੇ ਵਿੱਚ ਉਹਨੂੰ ਪੂਰਿਆ ਜਾ ਸਕਦਾ। ਪ੍ਰਿੰਸੀਪਲ, ਤੁਸੀਂ ਗੱਲ ਕੀਤੀ ਨਾ ਕਿ ਬੱਚਿਆਂ ਦੇ ਆਤਮ ਹੱਤਿਆ ਦੇ ਕੇਸ ਬਹੁਤ ਜ਼ਿਆਦਾ ਵੱਧ ਰਹੇ ਆ। ਤੁਸੀਂ ਦੇਖੋ ਸਾਡੇ ਆਪਣੇ ਰਾਸ਼ਟਰਪਤੀ ਜਿਹੜੇ ਸਾਬਕਾ ਰਹੇ ਹਨ ਮਾਣਯੋਗ APJ ਅਬਦੁਲ ਕਲਾਮ ਜੀ, ਉਹ ਸਟਰੀਟ ਲਾਈਟ ਦੇ ਥੱਲੇ ਬੈਠ ਕੇ ਕਿੱਥੇ ਉਹਨਾਂ ਨੇ ਕਿੰਨੀ ਸਿੱਖਿਆ ਹਾਸਲ ਕੀਤੀ, ਕਿੱਥੇ ਪਹੁੰਚੇ। ਹੁਣ ਵੱਡੇ ਤੋਂ ਵੱਡਾ ਸਕੂਲ ਆ, ਇੰਟਰਨੈਸ਼ਨਲ ਸਕੂਲ ਆ, ਇਹਦੇ ਇੰਨੇ ਦੇਸ਼ਾਂ ਦੇ ਵਿੱਚ ਬ੍ਰਾਂਚਿਸ ਆ, ਇਹਨਾਂ ਦੇ ਐਡੇ ਵੱਡੇ ਲੈਵਲ ਦੇ ਫੰਕਸ਼ਨ ਕਰਾਏ ਜਾਂਦੇ ਆ, ਇਹਨਾਂ ਦੀਆਂ ਲੱਖਾਂ ਦੇ ਹਿਸਾਬ ਦੇ ਨਾਲ ਐਡਮਿਸ਼ਨ ਫੀਸਾਂ ਆ, ਲੈਵਲ ਹੀ ਹੋ ਰਿਹਾ, ਸਟੇਟਸ ਹੀ ਹੋ ਰਿਹਾ, ਫਿਰ ਵੀ ਬੱਚਿਆਂ ਨੂੰ ਉਹ ਜਾਣਕਾਰੀ ਘਟ ਰਹੀ ਆ। ਕਿੱਥੇ ਗੁਰੂਕੁਲ ਹੁੰਦੇ ਸੀਗੇ, ਬੱਚਾ ਦਿਆਉਣਾ ਮਾਂ-ਬਾਪ ਨੇ ਆਪਣਾ, ਔਰ ਬੱਚਾ ਨਿਖਰ ਕੇ ਬਾਹਰ ਨਿਕਲਦਾ ਸੀ। ਜਿੱਥੇ ਕਿਤਾਬੀ ਗਿਆਨ ਹੁੰਦਾ ਸੀ, ਜਿੱਥੇ ਉਹਨਾਂ ਨੂੰ ਵੇਦਾਂ ਦਾ ਗਿਆਨ ਹੁੰਦਾ ਸੀ, ਉੱਥੇ ਮੌਲਿਕ ਸਿੱਖਿਆ ਵੀ ਆ ਜਾਂਦੀ ਸੀ। ਤੁਸੀਂ ਅੱਜ ਦੀ ਤਰੀਕ ਦੇ ਵਿੱਚ ਪਰਸਨੈਲਿਟੀ ਡਿਵੈਲਪਮੈਂਟ ਦੇ ਨਾਲ ਗੁਰੂਕੁਲ ਨੂੰ ਕਿੱਦਾਂ ਜੋੜੋਗੇ? ਦੇਖੋ, ਅੱਜ ਤਾਂ ਜਿਹੜੇ ਤੁਸੀਂ ਬੜੇ ਇੰਟਰਨੈਸ਼ਨਲ ਬ੍ਰਾਂਡ ਦੀ ਗੱਲ ਕਰ ਰਹੇ ਹੋ, ਉਹਨਾਂ ਨੇ ਆਪਣੇ ਨਾਮ ਵੀ ਸਕੂਲਾਂ ਦੇ ਗੁਰੂਕੁਲ ਜੋੜੇ ਹੋਏ ਆ। ਮੈਂ ਕਿਸੇ ਦੇ ਵਿਸ਼ੇਸ਼ ਬ੍ਰਾਂਡ ਦਾ ਨਾਮ ਨਹੀਂ ਲੈ ਰਿਹਾ, ਲੇਕਿਨ ਦੇ ਟੇਕ ਪ੍ਰਾਈਡ ਕਿ ਵੀ ਸਾਡੇ ਸਕੂਲ ਦਾ ਨਾਮ ਇਦਾਂ ਹੈ। ਬੜੇ ਅੱਗੇ ਪਿੱਛੇ ਕਈ ਵਿਸ਼ੇਸ਼ਣ ਲਾ ਕੇ ਕਈ ਬੜੇ ਟੌਪ ਦੇ ਸਕੂਲਾਂ ਨਾਲ ਗੁਰਕੁਲ ਵਰਡ ਜੋੜੇ, ਸਾਡੇ ਸੰਸਕ੍ਰਿਤਿਕ ਅੱਖਰ ਜੋੜ ਰਹੇ ਆ। ਕਿਉਂ ਜੋੜ ਰਹੇ ਆ? ਕਿਉਂਕਿ ਗੁਰਕੁਲ ਦੀ ਜਿਹੜੀ ਪੱਧਤੀ ਪ੍ਰਣਾਲੀ ਸੀਗੀ, ਉਹਨੂੰ ਅੱਜ ਵੀ ਸੋਚਿਆ ਸ਼ਾਇਦ ਉਹ ਸੰਸਕ੍ਰਿਤ ਪੜ੍ਹਦੇ ਸੀਗੇ, ਨਹੀਂ, ਉਹ ਸੰਸਕ੍ਰਿਤ ਨਹੀਂ ਪੜ੍ਹਦੇ ਸੀ। ਜੋ ਗਣਿਤ ਉੱਥੇ ਪੜ੍ਹਾਇਆ ਗਿਆ, ਜੋ ਵਿਗਿਆਨ ਉੱਥੇ ਪੜ੍ਹਾਇਆ ਗਿਆ, ਜੋ ਵਿਵਹਾਰਿਕ ਗਿਆਨ ਉੱਥੇ ਪੜ੍ਹਾਇਆ ਗਿਆ, ਉਹ ਸ਼ਾਇਦ ਅੱਜ ਹਿੰਦੁਸਤਾਨ ਨੇ ਦੁਨੀਆ ਦੇ ਬੈਸਟ ਆਫ ਸਕੂਲਸ ਦੇ ਵਿੱਚ ਵੀ ਉਹ ਲੈ ਕੇ ਜਾਏ। ਬਿਲਕੁਲ। ਔਰ ਇਸੇ ਕਰਕੇ ਜਿਹੜੀਆਂ ਨਵੀਆਂ ਐਜੂਕੇਸ਼ਨ ਪਾਲਿਸੀਜ਼ ਆ ਰਹੀਆਂ, ਉਹਦੇ ਵਿੱਚ ਇਸ ਗੱਲ ਨੂੰ ਅੰਡਰਲਾਈਨ ਕੀਤਾ ਗਿਆ, ਇਸ ਗੱਲ ਦੀ ਸ਼ਿੱਦਤ ਨਾਲ ਮਹਿਸੂਸ ਕੀਤਾ ਗਿਆ, ਔਰ ਉਹਨਾਂ ਚੀਜ਼ਾਂ ਨੂੰ ਇੱਕ ਵਿਸ਼ੇ ਦੇ ਤੌਰ ਤੇ ਪੜ੍ਹਾਉਣ ਦੀ ਕੋਸ਼ਿਸ਼ ਹੁਣ ਕੀਤੀ ਜਾ ਰਹੀ ਹੈ। ਜੋ ਬਹੁਤ ਬੜੀਆਂ ਸਾਇੰਟੀਫਿਕ ਥਿਓਰੀਜ਼ ਪੜ੍ਹਾ ਕੇ ਜਦ ਅਸੀਂ ਫੇਲ ਹੋ ਗਏ ਹਾਂ, ਕਿਉਂਕਿ ਅਸਲ ਸਾਰੀ ਐਜੂਕੇਸ਼ਨ ਦਾ ਐਕਚੁਅਲੀ ਮੁੱਢਲਾ ਪਰਪਸ ਕੀ ਹੈ? ਚੰਗਾ ਔਰ ਨੇਕ ਇਨਸਾਨ ਬਣਾਉਣਾ ਹੈ। ਬਿਲਕੁਲ। ਦੇ ਅਸੀਂ ਚੰਗਾ ਔਰ ਨੇਕ ਇਨਸਾਨ ਅਸੀਂ ਜੇ ਬਣਾ ਹੀ ਨਹੀਂ ਪਾਏ ਤੇ ਸਾਰੀ ਐਜੂਕੇਸ਼ਨ ਸਾਡੀ ਪੜ੍ਹਾਉਣ ਦੀ, ਉਹ ਰੋਬੋਟ ਥੋੜਾ ਬਣਾ ਰਹੇ ਹਾਂ। ਅਸੀਂ ਰੋਬੋਟ ਨਹੀਂ ਪੜ੍ਹਾ ਰਹੇ ਹਾਂ, ਅਸੀਂ ਬੰਦੇ ਬਣਾ ਰਹੇ ਹਾਂ। ਔਰ ਬੰਦੇ 'ਚ ਵੀ ਇੱਕ ਬੰਦੇ ਤਾਂ ਤੁਸੀਂ ਅਸੀਂ ਹਾਂ, ਅੱਛੇ ਇਨਸਾਨ ਹਾਂ ਕਿ ਨਹੀਂ ਹੈ, ਦੈਟ ਇਜ਼ ਮੋਰ ਇੰਪੋਰਟੈਂਟ। ਬੰਦੇ ਸਾਰੇ ਪੈਦਾ ਹੁੰਦੇ ਆ, ਇਨਸਾਨ ਬਣਾਉਣ ਦਾ ਕੰਮ ਜਿਹੜਾ ਹੈ ਉਹ ਐਜੂਕੇਸ਼ਨ ਦਾ ਹੈਗਾ। ਅਸੀਂ ਜਿਹੜੀ ਓਵਰ ਦ ਪੀਰੀਅਡ ਆਫ ਟਾਈਮ ਇਹ ਸਭ ਚੀਜ਼ਾਂ ਸੀ ਜਦ ਫੇਲ ਹੋਈਆਂ, ਇਸ ਕਰਕੇ ਘਾਟਾਂ ਜਿਹੜੀਆਂ ਰਹਿ ਗਈਆਂ। ਹੁਣ ਚਾਹੇ ਉਹਨੂੰ ਮੌਲਿਕ ਸਾਇੰਸ ਕਹਿ ਲਓ, ਉਹਨੂੰ ਕੁਝ ਵੀ ਕਹਿ ਕੇ ਨਵੇਂ ਵਰਡ ਕੁਆਇਨ ਕਰਕੇ ਉਹਨਾਂ ਨੂੰ ਅੱਜ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਰਕੁਲ ਦੀ ਪੱਧਤੀ ਹੋਲਿਸਟਿਕ ਸੀਗੀ, ਜਿਹੜੀ ਵੱਡੀ ਸੀਗੀ। ਹੋਲਿਸਟਿਕ ਦਾ ਮਤਲਬ ਉਹਦੇ 'ਚ 4 ਚਫੇਰੇ, ਜੋ ਇੱਕ ਅੱਛਾ ਇਨਸਾਨ ਦੇ ਵਿੱਚ ਫਿਜ਼ੀਕਲ ਫਿਟਨੈਸ ਹੋਣੀ ਚਾਹੀਦੀ ਹੈ, ਇਮੋਸ਼ਨਲ ਸਟੇਬਿਲਿਟੀ ਹੋਣੀ ਚਾਹੀਦੀ ਹੈ, ਔਰ ਨੌਲੇਜ ਹੋਣਾ ਚਾਹੀਦਾ ਹੈਗਾ। ਉਹ ਚੀਜ਼ਾਂ ਸਭ ਗੁਰਕੁਲ 'ਚ ਪੜ੍ਹਾਈ ਜਾਂਦੀਆਂ ਸੀਗੀਆਂ, ਜੋ ਕਿ ਕਲੇਮ ਤਾਂ ਬੜੇ ਤੋਂ ਬੜਾ ਐਜੂਕੇਸ਼ਨ ਸਿਸਟਮ ਵੀ ਕਰਦਾ, ਲੇਕਿਨ ਪੂਰੀ ਨਹੀਂ ਕਰ ਪਾ ਰਿਹਾ। ਹੁਣ ਲੇਕਿਨ ਇੱਕ ਆਸ਼ਾ ਦੀ ਕਿਰਨ ਵੱਜੀ ਹੈ ਕਿ ਪੂਰੀ ਦੁਨੀਆ ਦੇ ਵਿੱਚ ਨਵੀਂ ਜਿਹੜੇ ਐਜੂਕੇਸ਼ਨਲ ਐਕਸਪੈਰੀਮੈਂਟਸ ਹੋ ਰਹੇ ਆ, ਉਹਦੇ 'ਚ ਚੀਜ਼ਾਂ ਆ ਰਹੀਆਂ। ਬਿਲਕੁਲ। ਔਰ ਹੋ ਸਕਦਾ ਕਿ ਇਹਦੇ ਨਾਲ ਜਿਹੜੇ ਵਿਦਿਆਰਥੀ ਉਹਨਾਂ ਦੀ ਪ੍ਰਤਿਭਾ ਹੋਰ ਨਿਖਰੇ। ਅਸੀਂ ਹੋਰ ਵੀ ਬਹੁਤ ਸਾਰੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਲਵਾਂਗੇ ਪ੍ਰਿੰਸੀਪਲ ਕੋਲੋਂ, ਪਰ ਫਿਲਹਾਲ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਸਮਾਂ ਆ ਹੁਣ ਗੀਤ ਦਾ।
ਤੈਨੂੰ ਲਿਖਣਾ ਤੇ ਪੜ੍ਹਨਾ ਸਿਖਾਇਆ, ਹੌਲੀ ਹੌਲੀ ਪੌੜੀਆਂ ਤੇ ਚੜ੍ਹਨਾ ਸਿਖਾਇਆ, ਤੂੰ ਚੜ੍ਹ ਕੇ ਉਹ ਆਕਾਸ਼ ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ ਹੁਣ ਤੈਨੂੰ ਕੀ ਆਖਾਂ। ਸਾਡੀਆਂ ਹੀ ਬਿੱਲੀਆਂ ਮਿਆਉ ਸਾਨੂੰ ਕਹਿੰਦੀਆਂ, ਉਂਗਲੀ ਫੜਾਈਏ ਜਦੋਂ ਪਹੁੰਚਾ ਫੜ ਲੈਂਦੀਆਂ, ਸਾਡੀਆਂ ਹੀ ਬਿੱਲੀਆਂ ਮਿਆਉ ਸਾਨੂੰ ਕਹਿੰਦੀਆਂ, ਉਂਗਲੀ ਫੜਾਈਏ ਜਦੋਂ ਪਹੁੰਚਾ ਫੜ ਲੈਂਦੀਆਂ, ਬਾਹਰੋਂ ਮਿੱਠੀਆਂ ਤੇ ਅੰਦਰੋਂ ਖਟਾਸ, ਬਾਹਰੋਂ ਮਿੱਠੀਆਂ ਤੇ ਅੰਦਰੋਂ ਖਟਾਸ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ ਹੁਣ ਤੈਨੂੰ ਕੀ ਆਖਾਂ। ਤੇਰੇ ਕੋਲ ਤਾਨਪੁਰੇ ਸਾਡੇ ਕੋਲ ਖੰਜਰੀ, ਕਿੰਨਾ ਚਿਰ ਵੇਖਾਂਗੇ ਕਲੋਲ ਕਰੂ ਕੰਜਰੀ, ਤੇਰੇ ਕੋਲ ਤਾਨਪੁਰੇ ਸਾਡੇ ਕੋਲ ਖੰਜਰੀ, ਕਿੰਨਾ ਚਿਰ ਵੇਖਾਂਗੇ ਕਲੋਲ ਕਰੂ ਕੰਜਰੀ, ਕਦੇ ਭੁੱਲੀਏ ਨਾ ਆਪਣੀ ਔਕਾਤ, ਕਦੇ ਭੁੱਲੀਏ ਨਾ ਆਪਣੀ ਔਕਾਤ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ ਹੁਣ ਤੈਨੂੰ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। ਇੱਕ ਅਧਿਆਪਕ ਵਿਦਿਆਰਥੀ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਵਿੱਚ ਕਿਵੇਂ ਕੰਮ ਕਰਦਾ, ਕਿਹੜੀਆਂ ਮੁਸ਼ਕਲਾਂ ਆਉਂਦੀਆਂ, ਇਸ ਉੱਪਰ ਆਪਾਂ ਗੱਲਬਾਤ ਕਰ ਰਹੇ ਹਾਂ। ਔਰ ਅੱਜ ਸਾਡੇ ਨਾਲ ਨੇ ਪ੍ਰਿੰਸੀਪਲ ਅਨੂਪ ਕੁਮਾਰ ਵਤਸ ਜੀ, ਜੋ ਕਿ ਡੀਏਵੀ ਕਾਲਜ ਨਕੋਦਰ ਦੇ ਵਿੱਚ ਪ੍ਰਿੰਸੀਪਲ ਨੇ। ਵਿਦਿਆਰਥੀ ਤੇ ਅਧਿਆਪਕ ਦਾ ਵਿਦਿਆਰਥੀ ਬਿਨਾਂ ਵਜੂਦ ਨਹੀਂ, ਔਰ ਬੱਚਾ ਵਿਦਿਆਰਥੀ ਬਣੇ ਬਿਨਾਂ ਜ਼ਿੰਦਗੀ 'ਚ ਕੁਝ ਹਾਸਲ ਨਹੀਂ ਕਰ ਸਕਦਾ। ਪਰ ਅਧਿਆਪਕ ਆਪਣੇ ਪੱਧਰ ਤੇ ਹੋਰ ਕਿਹੜੇ ਕੰਮ ਕਰ ਸਕਦਾ ਤਾਂ ਜੋ ਵਿਦਿਆਰਥੀ ਪੂਰਾ ਵਿਕਾਸ ਕਰ ਸਕੇ? ਦੇਖੋ, ਅਧਿਆਪਕ ਨੂੰ ਕਰਨ ਤੋਂ ਪਹਿਲਾਂ ਜੋ ਵੀ ਉਹ ਕਰਨਾ ਚਾਹੁੰਦਾ, ਉਹ ਸਭ ਤੋਂ ਵੱਡੀ ਗੱਲ ਹੈ ਉਹਨੂੰ ਆਪ ਇੱਕ ਰੋਲ ਮਾਡਲ ਬਣਨਾ ਪੈਣਾ ਜੀ। ਸਭ ਤੋਂ ਬੜੀ ਵੱਡੀ ਗੱਲ ਹੈ, ਕਿਉਂਕਿ ਅਧਿਆਪਕ ਦੀ ਗੱਲ ਦਾ ਸਮਾਜ ਦੇ ਵਿੱਚ, ਵਿਦਿਆਰਥੀ ਦੇ ਆਪਣੇ ਜੀਵਨ ਦੇ ਵਿੱਚ, ਵਿਦਿਆਰਥੀ ਦੇ ਪਰਿਵਾਰ ਦੇ ਵਿੱਚ ਇੱਕ ਬਹੁਤ ਅਹਿਮ ਭੂਮਿਕਾ ਹੈ ਜੀ। ਬੱਚਾ ਆਪਣੇ ਮਾਂ-ਬਾਪ ਤੋਂ ਵੀ ਕਈ ਵਾਰੀ ਅੱਡ ਹੋ ਕੇ ਆਪਣੇ ਅਧਿਆਪਕ ਦੀ ਗੱਲ ਨੂੰ ਜ਼ਿਆਦਾ ਤਵੱਜੋ ਦਿੰਦਾ ਹੈ। ਇਸ ਕਰਕੇ ਸਭ ਤੋਂ ਵੱਡੀ ਗੱਲ ਹੈ ਕਿ ਅਧਿਆਪਕ ਨੂੰ ਆਪਣਾ ਰੋਲ ਔਰ ਆਪਣਾ ਕੰਡਕਟ ਉਹ ਬਹੁਤ ਐਕਸੀਲੈਂਟ ਰੱਖਣਾ ਚਾਹੀਦਾ ਹੈਗਾ ਜੀ। ਔਰ ਜੋ ਗੱਲਾਂ ਉਹ ਵਿਦਿਆਰਥੀਆਂ ਤੋਂ ਆਸ ਕਰਦਾ ਉਹ ਡਿਸਪਲੇ ਕਰਨੀ ਚਾਹੀਦੀਆਂ ਆਪਣੇ ਕੰਡਕਟ ਦੇ ਵਿੱਚ, ਆਪਣੇ ਮੈਨਰਸ ਦੇ ਵਿੱਚ, ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਜੀ। ਇਹ ਸਭ ਤੋਂ ਵੱਡੀ ਭੂਮਿਕਾ ਹੈ ਅਧਿਆਪਕ ਦੀ। ਉਹ ਅਧਿਆਪਕ ਦਾ ਵਿਸ਼ਾ ਕੋਈ ਵੀ ਹੋ ਸਕਦਾ ਹੈ, ਉਹ ਵਿਸ਼ਾ ਇੰਪੋਰਟੈਂਟ ਨਹੀਂ ਹੈ ਇਹਦੇ 'ਚ, ਲੇਕਿਨ ਇਹਦੇ 'ਚ ਜੋ ਗੁਣ ਆਪਣੇ ਵਿਦਿਆਰਥੀ ਦੇ ਵਿੱਚ ਦੇਖਣਾ ਚਾਹੁੰਦਾ ਜੀ, ਉਹ ਸਾਰੇ ਦੇ ਸਾਰੇ ਗੁਣ ਜਿਹੜੇ ਆ ਉਹਨੂੰ ਡਿਸਪਲੇ ਕਰਨੇ ਚਾਹੀਦੇ ਆ ਜੀ। ਔਰ ਅਧਿਆਪਕ ਦੇ ਕੋਲ, ਮੈਂ ਫੋਰ ਐਗਜ਼ਾਮਪਲ ਜੇ ਆਪਣੀ ਗੱਲ ਕਰਾਂ ਤੇ ਜੇ ਮੈਂ ਆਈ ਐਮ ਏ ਟੀਚਰ ਬਾਈ ਚੋਇਸ, ਨਾਟ ਬਾਈ ਚਾਂਸ। ਇਹ ਨਹੀਂ ਹੈ ਕਿ ਵੀ GB ਸ਼ਾਹ ਨੇ ਕਿਹਾ ਕਿ ਜਿਹੜੇ ਜ਼ਿੰਦਗੀ ਜਿਹਨਾਂ ਨੇ ਕੁਝ ਕਰਨਾ ਹੁੰਦਾ ਕਰ ਜਾਂਦੇ ਆ, ਜਿਹੜੇ ਕੁਝ ਨਹੀਂ ਕਰਦੇ ਉਹ ਅਧਿਆਪਕ ਬਣਦੇ ਆ ਜੀ। ਮੈਂ ਉਸ ਕੈਟੇਗਰੀ 'ਚ ਨਹੀਂ ਹਾਂ ਜੀ। ਮੈਨੂੰ ਇਹ ਸੀਗਾ ਕਿ ਮੈਂ ਇਸ ਪ੍ਰੋਫੈਸ਼ਨ 'ਚ ਜਾਊਂਗਾ ਤੇ ਮੇਰੇ ਕੋਲ ਸਾਰੀ ਉਮਰ ਜਿੰਨੀ ਦੇਰ ਵੀ ਮੈਂ ਪੜ੍ਹਾਉਣਾ, ਮੇਰੇ ਕੋਲ ਇੱਕ ਓਪਰਚੁਨਿਟੀ ਹੋਊਗੀ ਕਿ ਜੋ ਮੈਂ ਚਾਹੁੰਦਾ ਸਮਾਜ ਜਿਸ ਤਰੀਕੇ ਦਾ ਸਮਾਜ ਹੋਵੇ ਉਸ ਤਰੀਕੇ ਦਾ ਇੱਕ ਛੋਟਾ ਇੱਕ ਨਮੂਨਾ ਮੈਂ ਪੇਸ਼ ਕਰਨ ਵਾਸਤੇ ਮੇਰੇ ਕੋਲ ਇੱਕ ਐਕਸਪੈਰੀਮੈਂਟ ਕਰਨ ਦਾ, ਇੱਕ ਇੰਪਲੀਮੈਂਟ ਕਰਨ ਦਾ ਇੱਕ ਬਹੁਤ ਵੱਡਾ ਓਪਰਚੁਨਿਟੀ ਔਰ ਪਲੇਟਫਾਰਮ ਹੋਣਾ। ਇਸ ਕਰਕੇ ਔਰ ਮੈਂ ਕੀਤਾ। ਔਰ ਉਹ ਤੁਸੀਂ ਪੁੱਛਿਆ ਕੀ ਕਰਨਾ ਚਾਹੀਦਾ, ਮੇਰਾ ਮੰਨ ਲਓ ਵਿਸ਼ਾ ਅੰਗਰੇਜ਼ੀ ਹੀ ਹੈ ਫੋਰ ਐਗਜ਼ਾਮਪਲ, ਮੈਂ ਅੰਗਰੇਜ਼ੀ ਦੇ ਨਾਲ ਬਹੁਤ ਸਾਰੀ ਚੀਜ਼ਾਂ ਉਹਨਾਂ ਨੂੰ ਨਾਲ ਬੋਲਣਾ ਸਿਖਾ ਸਕਦਾ, ਡਾਂਸ ਕਰਨਾ ਸਿਖਾ ਸਕਦਾ, ਥੀਏਟਰ ਕਰਨਾ ਸਿਖਾ ਸਕਦਾ, ਵਾਦ ਵਿਵਾਦ ਕਰਨਾ ਸਿਖਾ ਸਕਦਾ, ਬਹੁਤ ਸਾਰੀਆਂ ਚੀਜ਼ਾਂ। ਮੈਂ ਆਪਣੇ ਕਾਲਜ ਦੇ ਵਿੱਚ, ਸਕੂਲ ਟਾਈਮਸ ਦੇ ਵਿੱਚ ਆਪ ਵੀ NSS, ਸਕਾਊਟਸ ਗਾਈਡਸ, NCC ਸਾਰੀਆਂ ਰੱਖੀਆਂ। ਉਹ ਚੀਜ਼ਾਂ ਮੈਂ ਐਜ਼ ਟੀਚਰ ਵੀ ਕੀਤੀਆਂ। ਉਹ ਨਾ ਟੀਚਰ ਉਹ ਪਲੇਟਫਾਰਮ ਨੂੰ ਯੂਜ਼ ਕਰਕੇ ਬੱਚੇ ਨੂੰ ਉਹਦੇ ਜਿਹੜੀਆਂ ਅਦਰ ਸਕਿੱਲਸ ਹੈਗੀਆਂ ਉਹਨੂੰ ਡਿਵੈਲਪ ਕੀਤਾ ਜਾ ਸਕਦਾ। ਜੇ ਬੱਚਾ ਕੈਂਪਿੰਗ ਕਰਦਾ ਤੁਹਾਡੇ ਨਾਲ 10 ਦਿਨ, NSS ਦਾ ਹੀ ਕੈਂਪ ਲਾਉਂਦਾ, ਤੁਸੀਂ ਉਹਨੂੰ ਆਰਗੇਨਾਈਜੇਸ਼ਨਲ ਬਿਹੇਵੀਅਰ ਸਿਖਾ ਸਕਦੇ ਹੋ, ਤੁਸੀਂ ਉਹਨੂੰ ਟੀਮ ਸਪਿਰਿਟ ਸਿਖਾ ਸਕਦੇ ਹੋ, ਤੁਸੀਂ ਉਹਨੂੰ ਸਮਝਦੇ ਹੋ ਕਿ
ਕਿਸੇ ਚੀਜ਼ ਨੂੰ ਕੋਈ ਕੰਮ ਤੁਹਾਨੂੰ ਦਿੱਤਾ ਜਾਂਦਾ ਵਿਦਿਨ ਲਿਮਿਟਿਡ ਟਾਈਮ ਦੇ ਵਿੱਚ ਕਿੰਨੇ ਬਿਊਟੀਫੁਲੀ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ, ਮਿਨੀਮਮ ਰਿਸੋਰਸਿਸ ਦੇ ਨਾਲ ਮੈਕਸਿਮਮ ਆਊਟਪੁੱਟ ਕਿਵੇਂ ਦੇ ਸਕਦੇ ਹੋ। ਮੀਨਸ ਇਹ ਸਾਰੇ ਜਿਹੜੇ ਪਲੇਟਫਾਰਮ ਹੈਗੇ ਆ ਟੀਚਰ ਦੇ ਕੋਲ ਆਲਰੇਡੀ ਅਵੇਲੇਬਲ ਨੇ, ਔਰ ਟੀਚਰ ਇਹਨਾਂ ਦਾ ਸਦਉਪਯੋਗ ਕਰਕੇ ਬੱਚਿਆਂ ਦੀ ਪ੍ਰਤਿਭਾ ਨੂੰ ਜਿਹੜੀ ਅਦਰ ਦੈਨ ਉਹਦਾ ਇੱਕ ਸ਼ਡਿਊਲਡ ਔਰ ਇੱਕ ਰੂਲ ਹੈ ਕਿ ਉਹਨੇ ਆ ਸਿਲੇਬਸ ਕਰਨਾ, ਉਸ ਤੋਂ ਬਾਹਰ ਹੋ ਕੇ ਬਹੁਤ ਬਿਹਤਰੀਨ ਤਰੀਕੇ ਦੇ ਨਾਲ ਕਰ ਸਕਦਾ ਹੈਗਾ ਔਰ ਸਿਖਾ ਸਕਦਾ। ਤੁਸੀਂ ਨਾ ਰੋਲ ਮਾਡਲ ਦੀ ਗੱਲ ਕੀਤੀ ਆ, ਛੋਟਾ ਬੱਚਾ ਜਿਹੜਾ ਹੁੰਦਾ ਨਾ ਸਕੂਲ ਲੈਵਲ ਦਾ, ਉਹ ਅੱਜ ਡਾਕਟਰ ਬਣਦਾ ਹੁੰਦਾ, ਹਫਤੇ ਬਾਅਦ ਉਹਦਾ ਇੰਜੀਨੀਅਰ ਬਣਨ ਨੂੰ ਜੀ ਕਰਦਾ ਹੁੰਦਾ, ਫਿਰ ਉਹਨੂੰ ਦਿਲ ਕਰਨਾ ਪੈਂਦਾ ਮਾਡਲਿੰਗ ਦੇ ਵਿੱਚ ਚਲ ਜਾਵੇ, ਕਿਉਂਕਿ ਬੱਚਾ ਮੰਨਿਆ ਵੱਡੇ ਹੋ ਕੇ ਵੀ ਨਹੀਂ ਕਈਆਂ ਨੂੰ ਗੋਲ ਕਲੀਅਰ ਹੁੰਦੇ। ਮੈਂ ਕਈਆਂ ਨੂੰ ਪੁੱਛਦੀ ਆ ਤੁਸੀਂ ਕੀ ਕਰਨਾ, ਬਾਹਰ ਜਾਣਾ, ਬਾਹਰ ਕਿਹੜਾ ਦਰਖਤਾਂ ਨੂੰ ਪੈਸੇ ਲੱਗੇ, ਉੱਥੇ ਵੀ ਤਾਂ ਤੁਹਾਨੂੰ ਕੁਝ ਕਰਨਾ ਹੀ ਪਏਗਾ ਨਾ। ਸੋ ਸਾਨੂੰ ਇੰਨਾ ਪਤਾ ਸੀ ਪੈਸਾ ਕਮਾਉਣਾ ਕਿੱਥੋਂ ਕਮਾਉਣਾ, ਅਸੀਂ ਕੁਝ ਕਰਨਾ ਹੈ ਨਾ। ਅਧਿਆਪਕ ਚੋਣ ਕਰਾਉਂਦਾ, ਤੁਹਾਨੂੰ ਵਿਸ਼ੇ ਦੱਸਦਾ, ਤੁਸੀਂ ਇੱਧਰ ਪੜ੍ਹੋ, ਐਦਾਂ ਨਹੀਂ ਪੜ੍ਹੋ। ਹੁਣ ਇੱਕ ਆਉਂਦੇ ਰੋਲ ਮਾਡਲ, ਟੀਵੀ ਦੇਖਿਆ ਫਲਾਣੇ ਹੀਰੋ ਨੇ ਉਹਦੇ 'ਚ ਐਕਟਿੰਗ ਸੋਹਣੀ ਕੀਤੀ, ਲੈ ਬਈ ਇਸ ਹੀਰੋ ਵਰਗੇ ਰੋਲ ਮਾਡਲ ਬਣ ਜਾਣਾ। ਵਧੀਆ ਰੋਲ ਮਾਡਲ ਚੁਣਨ ਦੇ ਵਿੱਚ ਅਧਿਆਪਕ ਦਾ ਕਿੰਨਾ ਯੋਗਦਾਨ ਹੋ ਜਾਂਦਾ ਤਾਂ ਜੋ ਬੱਚੇ ਦੀ ਪ੍ਰਤਿਭਾ ਨਿਖਰਦੀ ਰਹੇ? ਬਹੁਤ ਬੜਾ ਯੋਗਦਾਨ ਹੈ। ਦੇਖੋ ਰੋਲ ਮਾਡਲ ਬੱਚਾ ਛੁੱਟਦੇ ਹੀ ਕਹਿੰਦਾ ਜੀ ਮੈਂ ਤਾਂ ਬਾਲੀਵੁੱਡ ਦੇ ਕੋਈ ਕਿਸੇ ਐਕਟਰ ਐਕਟਰੈਸਸ ਤੋਂ ਇੰਪ੍ਰੈਸ ਹੋ ਸਕਦਾ, ਉਹਦਾ ਨਾਮ ਲੈ ਸਕਦਾ ਜੀ। ਟੀਚਰ ਦਾ ਰੋਲ ਉਸੇ ਟਾਈਮ ਹੁੰਦਾ ਹੈ ਕਿ ਉਹਨੂੰ ਉਸ ਲੈਵਲ ਤੱਕ ਪਹੁੰਚਣ ਵਾਸਤੇ ਜੋ ਸੰਘਰਸ਼ ਕੀਤਾ ਹੈ ਉਹ ਬੱਚੇ ਦੇ ਨਾਲ ਸ਼ੇਅਰ ਕਰੇ। ਜੇ ਔਰ ਅੱਜ ਕੱਲ੍ਹ ਤਾਂ ਇੰਟਰਨੈਟ ਦੇ ਕਿਸੇ ਵੀ ਰੋਲ ਮਾਡਲ ਦਾ ਸੈਲੀਬ੍ਰਿਟੀ ਦਾ ਪੂਰਾ ਇਤਿਹਾਸ ਪਿਆ ਹੋਇਆ ਹੈ ਜੀ। ਉਹ ਕਿੱਥੋਂ ਉੱਠ ਕੇ ਕਿਹੜੀ ਹਾਰਡਸ਼ਿਪਸ ਦੇ ਵਿੱਚੋਂ ਲੰਘਿਆ, ਕਿੱਦਾਂ ਉਹਨੇ ਉਹ ਸਾਰੇ ਡਿਫਿਕਲਟ ਫੇਜ਼ਸ ਨੂੰ ਪਾਸ ਕੀਤਾ। ਟੀਚਰ ਦਾ ਰੋਲ ਬਣਦਾ ਉਹਨੂੰ ਐਨਕਰੇਜ ਕਰੇ, ਹਾਂ ਬਹੁਤ ਅੱਛਾ ਬੱਚੇ ਬਣਨਾ ਚਾਹੀਦਾ ਹੈਗਾ, ਬਹੁਤ ਅੱਛੀ ਗੱਲ ਹੈ, ਇਹਦੇ 'ਚ ਬਹੁਤ ਪੈਸਾ ਹੈ, ਇਹਦੇ 'ਚ ਬਹੁਤ ਸ਼ੋਹਰਤ ਹੈ, ਇਹਦੇ 'ਚ ਬਹੁਤ ਮਕਬੂਲੀਅਤ ਹੈ, ਲੇਕਿਨ ਇਹ ਇੱਥੇ ਤੱਕ ਪਹੁੰਚਣ ਵਾਸਤੇ ਰਸਤਾ ਵੀ ਉਹਨੂੰ ਕਿਹੜਾ ਹੈਗਾ ਉਹ ਦੱਸਣਾ ਚਾਹੀਦਾ। ਫਿਰ ਬੱਚਾ ਸੈਂਸਿਟਾਈਜ਼ ਹੋਊਗਾ, ਫਿਰ ਬੱਚੇ ਨੂੰ ਜਿਹੜੀ ਹੈ ਵਾਸਤਵਿਕਤਾ ਦਾ ਗਿਆਨ ਹੋਊਗਾ, ਫਿਰ ਬੱਚਾ ਉਹ ਸੋਚੂਗਾ ਕਿ ਮੈਂ ਇਸ ਰਸਤੇ ਜਾ ਸਕਦਾ ਕਿ ਨਹੀਂ ਜਾ ਸਕਦਾ। ਬਿਲਕੁਲ। ਫਿਰ ਇਸੇ ਤਰੀਕੇ ਨਾਲ ਫਿਰ ਜਿਵੇਂ ਕਿਉਂਕਿ ਅਧਿਆਪਕ ਬੱਚੇ ਦੇ ਕੰਟੈਕਟ 'ਚ ਹੈ, ਲੇਕਿਨ ਉਹਨੂੰ ਲੱਗਦਾ ਕਿ ਇਹ ਤਾਂ ਬਣ ਤਾਂ ਨਹੀਂ ਸਕਦਾ, ਲੇਕਿਨ ਇਹਦੇ ਨਾਲ ਮਿਲਦਾ ਜੁਲਦਾ ਕੋਈ ਗੁਣ ਹੈ ਤੇ ਜਿਹੜਾ ਨੂੰ ਇਸ ਪਾਸੇ ਤੋਰ ਸਕਦਾ। ਉਸ ਆਇਡੈਂਟੀਫਾਈ ਕਰਕੇ ਉਸ ਗੁਣ ਵੱਲ ਤੋਰਨ ਦੀ, ਉਸ ਪ੍ਰੋਫੈਸ਼ਨ ਵੱਲ ਤੋਰਨ ਦੀ, ਉਸ ਤਰੀਕੇ ਦੇ ਰੋਲ ਮਾਡਲ ਜਿਹੜੇ ਉਸ ਫੀਲਡ ਦੇ ਉਹਨਾਂ ਦੇ ਨਾਲ ਰੂਬਰੂ ਕਰਵਾਵੇ, ਚਾਹੇ ਫਿਜ਼ੀਕਲੀ ਕਰਾਵੇ ਚਾਹੇ ਉਸ ਤਰ੍ਹਾਂ ਕਰਵਾਵੇ, ਤੇ ਮੈਨੂੰ ਲੱਗਦਾ ਕਿ ਇਹ ਬਹੁਤ ਅੱਛਾ ਰੋਲ ਅਦਾ ਕਰ ਸਕਦਾ। ਲੇਕਿਨ ਇਹ ਕਰ ਤਾਂ ਹੀ ਪਾਊਗਾ ਜੇ ਟੀਚਰ ਆਪ ਇਸ ਲੈਵਲ ਦਾ ਹੈ, ਜੇ ਉਹਦੀ ਆਪਣੀ ਸ਼ਖਸੀਅਤ ਜਿਹੜੀ ਹੈ ਪੂਰੀ ਤਰ੍ਹਾਂ ਵਿਕਸਿਤ ਹੈ। ਜੀ, ਜਦੋਂ ਅਸੀਂ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਆ ਸਾਨੂੰ ਦੱਸਿਆ ਜਾਂਦਾ ਹੈ ਕਿ ਹੁਣ ਪ੍ਰਾਰਥਨਾ ਦਾ ਟਾਈਮ ਆ ਤੇ ਤੁਸੀਂ ਸਾਰਿਆਂ ਨੇ ਡਿਸਿਪਲਿਨ ਦੇ ਵਿੱਚ ਲਾਈਨ 'ਚ ਗਰਾਊਂਡ 'ਚ ਜਾਣਾ, ਲਾਈਨ 'ਚ ਵਾਪਸ ਆਉਣਾ, ਇੱਦਾਂ ਹੱਥ ਸਿੱਧੇ ਕਰਾ ਕੇ ਤੁਹਾਨੂੰ ਲਾਈਨ ਦੇ ਵਿੱਚ ਖੜੇ ਕਰਨਾ ਸਿਖਾਉਂਦੇ ਹੁੰਦੇ ਆ ਅਧਿਆਪਕ। ਬਹੁਤ ਸਾਰਾ ਡਿਸਿਪਲਿਨ, ਬਾਥਰੂਮ ਪੁੱਛ ਕੇ ਜਾਂਦੇ ਛੋਟੇ ਛੋਟੇ ਬੱਚੇ, ਪਾਣੀ ਪੀਣ ਪੁੱਛ ਕੇ ਜਾਂਦੇ, ਹਰ ਚੀਜ਼। ਕਾਲਜ ਲੈਵਲ ਤੇ ਆਉਂਦੇ ਆ ਇੱਦਾਂ ਲੱਗਦਾ ਕਿ ਉਹ 12 ਸਾਲ ਦਾ ਡਿਸਿਪਲਿਨ ਕਿੱਥੇ ਗਿਆ। ਫਿਰ ਇੱਥੇ ਦਿਮਾਗ 'ਚ ਇੱਕ ਸਵਾਲ ਆਉਂਦਾ ਕਿ ਉਹ ਤੁਹਾਨੂੰ ਅਨੁਸ਼ਾਸਨ ਸਿਖਾਇਆ ਗਿਆ ਕਿ ਤੁਹਾਡੇ ਤੇ ਥੋਪਿਆ ਗਿਆ? ਦੇਖੋ ਅਨੁਸ਼ਾਸਨ ਹੈ ਜਾਂ ਕੋਈ ਵੀ ਚੰਗੀ ਗੱਲ ਹੈ, ਇਨੀਸ਼ੀਅਲੀ ਤਾਂ ਥੋਪ ਕੇ ਹੀ ਸਿਖਾਈ ਜਾਂਦੀ ਹੈ, ਅਦਰਵਾਈਜ਼ ਨਹੀਂ ਉਹ ਸਿੱਖੀ ਜਾਂਦੀ ਹੈ। ਔਰ ਹਿੰਦੁਸਤਾਨ ਦਾ ਜੋ ਸਾਡਾ ਪਰਿਵੇਸ਼ ਆ ਉੱਥੇ ਬੜੀ ਵੱਡੀ ਸਮੱਸਿਆ ਹੈ ਜੀ। ਲੇਕਿਨ ਕੋਈ ਚੀਜ਼ ਨੂੰ ਸਿਖਾਉਣ ਵਾਸਤੇ ਰਾਤੋਂ ਰਾਤ ਕੋਈ ਕੁੱਟੀ ਇਦਾਂ ਦੇਣੀ ਹੈ ਕਿ ਪਲਾਤੀ ਅਨੁਸ਼ਾਸਨ ਦੀ ਤੋਂ ਆ ਜਾਣਾ ਹੈ, ਉਹਦਾ ਇੱਕ ਸਿਸਟਮ ਚੋਂ ਕੱਢਣਾ ਹੀ ਪੈਣਾ ਹੈ, ਅਨੁਸ਼ਾਸਨ ਦੇ ਵਿੱਚੋਂ ਲੰਘਣਾ ਹੀ ਪੈਣਾ, ਥੋਪਣਾ ਵੀ ਪੈਣਾ ਹੈ। ਲੇਕਿਨ ਉਹ ਥੋਪਣ ਦੀ ਪ੍ਰਕਿਰਿਆ ਇੰਨੀ ਸਹਿਜ ਹੋਣੀ ਚਾਹੀਦੀ ਕਿ ਉਹਨੂੰ ਲੱਗੇ ਕਿ ਇਹਦੇ ਬਿਨਾਂ ਮੇਰਾ ਗੁਜ਼ਾਰਾ ਹੀ ਨਹੀਂ ਹੈ ਜੀ। ਇਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਆਪਣੇ ਕਾਲਜ ਦੀ ਉਦਾਹਰਨ, ਤੁਸੀਂ ਕਾਲਜ ਦੀ ਗੱਲ ਕਰ ਰਹੇ ਹੋ ਕਿ ਬੱਚਾ ਕਾਲਜ ਦੇ ਵਿੱਚ ਇੱਕ ਇਮੇਜ ਬਣ ਗਿਆ ਕਿ ਮੈਂ ਸਕੂਲ ਤੋਂ ਫਟਾਫਟ ਵੱਡਾ ਹੋ ਕੇ ਕਾਲਜ ਪਹੁੰਚ ਜਾਵਾਂ ਤੇ ਉੱਥੇ ਮੈਨੂੰ ਆ ਸਾਰੀ ਬੰਦਿਸ਼ਾਂ ਖਤਮ ਹੋ ਜਾਊਗੀ, ਮੇਰੀ ਯੂਨੀਫਾਰਮ ਨਹੀਂ ਹੋਊਗੀ, ਸਭ ਤੋਂ ਵੱਡੀ ਗੱਲ ਹੈ। ਫਿਰ ਮੇਰੇ ਕੋਲ ਆ ਜਿਹੜੀ ਕਲਾਸ ਹੈ ਮੈਂ ਲਾਵਾਂ ਨਾ ਲਵਾਂ, ਉਹਦੇ ਦਿਮਾਗ 'ਚ ਇੱਕ ਇਮੇਜ ਬਣਿਆ ਹੋਇਆ ਹੈ। ਤੀਸਰੇ ਪਾਸੇ ਮੈਨੂੰ ਲੱਗਦਾ ਹੈ ਕਿ ਮੈਂ 10 ਸਾਲਾਂ ਤੋਂ ਇੱਕੋ ਹੀ ਟੀਚਰ ਤੋਂ ਪੜ੍ਹ ਰਿਹਾ ਹੈਗਾ, ਉੱਥੇ ਮੇਰੇ ਟੀਚਰ ਬਦਲਣਗੇ, ਮੇਰੇ ਨਵੇਂ ਦੋਸਤ ਬਣਨਗੇ, ਇੱਦਾਂ ਦੀ ਫਰੀडम ਦਾ ਇੱਕ ਉਹ ਲੈ ਕੇ ਨਾ ਇੱਕ ਆਰਟੀਫੀਸ਼ੀਅਲ ਇਮੇਜਿਨੇਟਿਵ ਜਾਂ ਕਨਸੈਪਟ ਲੈ ਕੇ ਕਾਲਜ ਆਉਂਦੇ। ਤਾਂ ਹੀ ਕਹਿੰਦੇ ਨਾ ਫਸਟ ਈਅਰ 'ਚ ਬੱਚੇ ਦਾ ਮੂਡ ਹੋਰ ਹੁੰਦਾ, ਫਾਈਨਲ 'ਚ ਵਿਚਾਰਾ ਹੋਰ ਬਦਲ ਜਾਂਦਾ ਤਦ ਤੱਕ। ਲੇਕਿਨ ਮੈਂ ਆਪਣੇ ਕਾਲਜ ਦੀ ਉਦਾਹਰਨ ਤੁਹਾਨੂੰ ਦੇ ਰਿਹਾ ਕਿ ਕਾਲਜ ਦੇ ਵਿੱਚ ਡਿਸਪਲਿਨ ਕਿਵੇਂ ਕੀਤਾ ਜਾ ਸਕਦਾ ਹੈ। ਮੈਂ ਪਿੱਛੇ ਇੱਕ ਐਕਸਪੈਰੀਮੈਂਟ ਕੀਤਾ, ਅਸੀਂ ਓਨੈਸਟੀ ਹੱਬ ਕ੍ਰੀਏਟ ਕੀਤੀ ਕਾਲਜ ਦੇ ਵਿੱਚ। ਕਾਲਜ ਦੇ ਵਿੱਚ ਇੱਕ ਵਿਦਿਆਰਥੀ ਨੂੰ ਜਿਹੜੀਆਂ ਰੋਜ਼ਮਰਰਾ ਦੀ ਲੋੜੀਂਦਾ ਚੀਜ਼ਾਂ ਨੇ, ਕਾਪੀ ਹੈ, ਕਿਤਾਬ ਹੈ, ਕੋਈ ਪੈਨਸਲ ਹੈ, ਔਰ ਅੱਜ ਕੱਲ੍ਹ ਦੇ ਹਿਸਾਬ ਦੇ ਨਾਲ ਕੋਈ ਉਹਨੂੰ ਪੈਨ ਡਰਾਈਵ ਚਾਹੀਦੀ ਹੈ, ਕੋਈ ਚਾਰਜਰ ਚਾਹੀਦਾ, ਇੱਦਾਂ ਦੀ ਚੀਜ਼ਾਂ, ਕੁੜੀਆਂ ਦੀ ਜ਼ਰੂਰਤਾਂ ਵਾਸਤੇ ਚੀਜ਼ਾਂ ਉੱਥੇ ਲਾ ਕੇ ਅਸੀਂ ਡਿਸਪਲੇ ਓਨੈਸਟੀ ਹੱਬ ਇੱਕ ਦੁਕਾਨ ਬਣਾਤੀ ਛੋਟੀ ਜੀ, ਛੋਟੇ ਪੱਧਰ ਦੇ ਉੱਪਰ, ਔਰ ਉਹਦੇ ਉੱਪਰ ਹਰ ਚੀਜ਼ ਦਾ ਰੇਟ ਲਿਖ ਦਿੱਤਾ, ਨਾਲ ਉੱਥੇ ਗੁੱਲਕ ਰੱਖਤੀ ਹੈ, ਗੁੱਲਕ ਦੇ ਕੋਲ ਤਾਲਾ ਨਹੀਂ ਲੱਗਿਆ ਹੋਇਆ,
ਬੱਚੇ ਨੇ ਆਪ ਜਾਣਾ ਹੈ, ਜਿਹੜੀ ਚੀਜ਼ ਚਾਹੀਦੀ ਹੈ ਉਹ ਚੱਕੇ। ਇੱਕ ਮਿੰਟ ਮੈਂ ਮਾਫੀ ਮੰਗ ਰਹੀ, ਤੁਹਾਡੀ ਗੱਲ ਕੱਟ ਰਹੀ ਹਾਂ। ਕੈਮਰੇ ਲੱਗੇ ਹੋਏ ਆ? ਨਹੀਂ, ਕੈਮਰੇ ਵੀ ਨਹੀਂ ਲੱਗੇ ਹੋਏ ਆ, ਕੋਈ ਬੰਦੇ ਦੀ ਵੀ ਡਿਊਟੀ ਨਹੀਂ ਹੈ ਉਹਦੀ। ਔਰ ਉਹ ਬੱਚਾ ਆਪਣੇ ਆਪ ਚੀਜ਼ ਚੱਕਦਾ। 10 ਰੁਪਏ ਦੀ ਚੀਜ਼ ਹੈ, ਮੰਨ ਲਓ 8 ਰੁਪਏ ਦੀ ਚੀਜ਼ ਹੈ, ਉਹ 8 ਰੁਪਏ ਦੀ ਥਾਂ 10 ਦਾ ਨੋਟ ਆ, 10 ਰੁਪਏ ਉਹ ਗੁੱਲਕ ਚ ਪਾ ਜਾਂਦਾ, 2 ਰੁਪਏ ਕੱਢ ਲੈਂਦਾ ਆਪਣੇ ਆਪ, ਕੋਈ ਉਹਨੂੰ ਦੇਖ ਨਹੀਂ ਰਿਹਾ, ਕੋਈ ਕੁਝ ਨਹੀਂ ਕਰ ਰਿਹਾ। ਔਰ ਤੁਹਾਨੂੰ ਜਾਣ ਕੇ ਖੁਸ਼ੀ ਹੋਗੀ, ਜਿਹੜੀ ਤੁਸੀਂ ਸ਼ੁਰੂਆਤੀ ਕੀਤਾ ਕਿ ਬੱਚੇ ਦਾ ਮਾਹੌਲ ਇਦਾਂ ਦਾ ਹੈ, ਦਿਸ ਦੈਟ। ਇਸੇ ਮਾਹੌਲ ਦੇ ਵਿੱਚ ਅਸੀਂ ਹਰ ਮਹੀਨੇ ਓਨੈਸਟੀ ਇੰਡੈਕਸ ਕੈਲਕੂਲੇਟ ਕਰਦੇ ਹਾਂ। ਓਨੈਸਟੀ ਇੰਡੈਕਸ ਕੈਲਕੂਲੇਟ ਕਰਨ ਦਾ ਤਰੀਕਾ ਸਾਨੂੰ ਪਤਾ ਹੈ ਕਿ ਅਸੀਂ ਇਹਨਾਂ ਦਾ ਸਮਾਨ ਰੱਖਿਆ ਹੋਇਆ, ਜੇ 798 ਰੁਪਏ ਦਾ ਸਮਾਨ ਵਿਕਿਆ ਉਹਦੇ ਵਿੱਚ, ਉਹਦੇ 'ਚ ਔਨ ਐਨ ਐਵਰੇਜ 800 ਪਲੱਸ ਰੁਪੀਜ਼ ਹੁੰਦੇ ਆ। 1 ਰੁਪਇਆ ਘਟਿਆ ਨਹੀਂ ਕਦੇ, ਵੱਧਦਾ ਹੀ ਹੈ ਹਰ ਵਾਰ। ਬਹੁਤ ਖੂਬ। ਇਹ ਕਿੰਨੇ ਟਾਈਮ ਤੋਂ ਕਰ ਰਹੇ ਆ? 2 ਸਾਲ ਤੋਂ ਕਰ ਰਹੇ ਹਾਂ ਜੀ। ਔਰ ਉਹਦੇ ਬੜੇ ਅੱਛੇ ਸ਼ਾਨਦਾਰ ਤਰੀਕੇ ਆ। ਉਹਦੇ 'ਚ ਕੀ ਤੁਸੀਂ ਡਿਸਪਲਿਨ ਦੀ ਗੱਲ ਕੀਤੀ ਹੈ, ਬੱਚਾ ਅਨੁਸ਼ਾਸਨ ਵੀ ਸਿੱਖ ਰਿਹਾ, ਬੱਚਾ ਓਨੈਸਟੀ ਵੀ ਸਿੱਖ ਰਿਹਾ, ਬੱਚਾ ਇੰਟੈਗ੍ਰਿਟੀ ਵੀ ਸਿੱਖ ਰਿਹਾ, ਬੱਚਾ ਚੰਗੀ ਵੈਲਿਊ ਸਿੱਖ ਰਿਹਾ, ਔਰ ਕਿਤੇ ਨਾ ਕਿਤੇ ਜਿਹੜਾ ਆਪ ਸਿੱਖ ਰਿਹਾ ਇਹਦੀ ਚਰਚਾ ਕਰ ਰਿਹਾ ਘਰ ਜਾ ਕੇ ਕਿ ਮੇਰੇ ਕਾਲਜ 'ਚ ਆ ਕੰਮ ਚੱਲ ਰਿਹਾ। ਆਪਣੇ ਦੋਸਤ ਜਿਹੜੇ ਦੂਸਰੇ ਸਕੂਲ ਕਾਲਜਾਂ 'ਚ ਪੜ੍ਹ ਰਹੇ ਉਹਨਾਂ ਨੂੰ ਦੱਸ ਰਿਹਾ। ਇਹ ਪ੍ਰੋਪੇਗੇਸ਼ਨ ਹੋ ਰਹੀ ਆ ਉਹਦੀ। ਤੇ ਇਹ ਛੋਟੇ ਛੋਟੇ ਤਰੀਕੇ ਨੇ ਕਿ ਸਕੂਲ ਦੇ ਵਿੱਚ ਹੱਥ ਖੜੇ ਕਰਕੇ ਜਾਂ ਉੱਥੇ ਡਿਸਪਲਿਨ ਨਹੀਂ, ਕਾਲਜ 'ਚ ਵੀ ਸਿਖਾਉਣ ਦੇ ਤਰੀਕੇ ਹੋਰ ਤਰੀਕੇ ਹੈਗੇ ਆ। ਔਰ ਹੁਣ ਕਾਲਜ 'ਚ ਬੱਚਾ ਵੱਡਾ ਹੋ ਗਿਆ, ਹੋ ਸਕਦਾ 1-ਅੱਧਾ% ਕੋਈ ਬੱਚਾ ਕਰਦਾ ਵੀ ਹੋਵੇ ਗੜਬੜ, ਅਸੀਂ ਇਹ ਡਿਨਾਈ ਨਹੀਂ ਕਰਦੇ ਹਾਂ। ਔਰ ਉਹਦਾ ਹਿਸਾਬ ਕਿਤਾਬ ਵੀ ਬੱਚਿਆਂ ਦੀ ਟੀਮ ਬਣਾਈ ਹੋਈ ਹੈ ਕਿ ਉਹ ਹਿਸਾਬ ਕਿਤਾਬ ਉਹੀ ਕਰਦੇ ਆ, ਸਮਾਨ ਵੀ ਉਹੀ ਲੈ ਕੇ ਆਉਂਦੇ ਆ, ਬੱਚੇ ਕੈਲਕੂਲੇਟ ਵੀ ਇਹੀ ਕਰਦੇ, ਇੰਨਾ ਵਿਕ ਗਿਆ ਇੰਨਾ। ਫਿਰ ਫੀਡਬੈਕ ਫਾਰਮ ਰੱਖਿਆ ਹੋਇਆ ਕਿ ਤੁਹਾਨੂੰ ਹੋਰ ਕੋਈ ਚੀਜ਼ ਚਾਹੀਦੀ ਜਿਹੜੀ ਇੱਥੇ ਮਿਸਿੰਗ ਹੈਗੀ ਹੈ ਤੇ ਉਹ ਦੱਸੋ ਤੁਸੀਂ। ਤੇ ਇਸ ਤਰ੍ਹਾਂ ਮਤਲਬ ਕਿ ਡਿਸਪਲਿਨ ਇਸ ਤਰੀਕੇ ਨਾਲ ਵੀ ਸਿਖਾਇਆ ਜਾ ਸਕਦਾ। ਤੁਹਾਡੀ ਨਾ ਇਸ ਗੱਲ ਤੋਂ ਗੱਲ ਸੱਚੀ ਸਾਬਤ ਹੁੰਦੀ ਆ ਕਿ ਜਿਹੜੇ ਤਾਲੇ ਤੇ ਚਾਬੀਆਂ ਨੇ ਨਾ, ਜਿਹੜੇ ਲੌਕ ਜਿਹਨੂੰ ਆਪਾਂ ਕਹਿੰਦੇ ਆ, ਉਹ ਤਾਂ ਸਾਦਾ ਤੋਂ ਹੁੰਦੇ, ਚੋਰਾਂ ਨੇ ਤਾਂ ਤੋੜ ਕੇ ਵੀ ਕੱਢ ਲੈਣਾ। ਸੋ ਵਾਕਈ ਬਹੁਤ ਖੂਬਸੂਰਤ ਸ਼ਲਾਘਾਯੋਗ ਕੰਮ ਤੁਸੀਂ ਕਰ ਰਹੇ ਆ। ਕੰਮ ਬਹੁਤ ਹੈ, ਸਾਨੂੰ ਅਸੀਂ ਪੜ੍ਹਨਾ ਵੀ ਆ, ਅਸੀਂ ਪੇਪਰ ਵੀ ਦੇਣੇ ਆ। ਜੇ ਮਤਲਬ ਕਿ ਯੂਨੀਵਰਸਿਟੀ ਕਹਿੰਦੀ ਆ, ਕਾਲਜ ਬੋਰਡਸ ਕਹਿੰਦੇ ਆ 35 ਨੰਬਰ ਨਹੀਂ ਆਏ ਤੁਸੀਂ ਫੇਲ ਹੋ ਜਾਣਾ, ਇੰਨਾ ਸਿਲੇਬਸ ਆ, ਬਸ ਇੱਕ ਵਾਰੀ 35 ਨੰਬਰ ਆ ਜਾਣ। ਪਰਸਨੈਲਿਟੀ ਡਿਵੈਲਪਮੈਂਟ ਅਸੀਂ ਕਦੋਂ ਕਰੀਏ? ਸਾਡਾ ਤਾਂ ਸਿਲੇਬਸ ਹੀ ਨਹੀਂ ਪੂਰਾ ਹੁੰਦਾ। ਇਹ ਗੱਲ ਨਾ ਵਿਦਿਆਰਥੀ ਨੂੰ ਜਦ ਅਸੀਂ ਇੱਕ ਪਰਸਨੈਲਿਟੀ ਡਿਵੈਲਪਮੈਂਟ ਨੂੰ ਵਿਸ਼ੇ ਦੇ ਤੌਰ ਤੇ ਸਮਝਾਵਾਂਗੇ ਤੇ ਉਸਨੇ ਇਸ ਦਾ ਹਊਆ ਬਣਾ ਦੇਣਾ ਹੈ ਕਿ ਮੇਰੇ ਕੋਲ ਤਾਂ ਆਲਰੇਡੀ ਇੰਨਾ ਬਰਡਨ ਹੈ, ਇੰਨੇ ਸਬਜੈਕਟਸ ਹੈ, ਇੰਨੇ ਪੇਪਰ ਹੈ, ਹੁਣ ਤਾਂ ਸਮੈਸਟਰ ਸਿਸਟਮ ਹੋ ਗਿਆ, ਛੁੱਟੀਆਂ ਵੀ ਨਹੀਂ ਹੁੰਦੀਆਂ, ਇੱਕ ਸਮੈਸਟਰ ਖਤਮ ਹੁੰਦਾ ਅਗਲੇ ਦਿਨ ਕਲਾਸ ਸ਼ੁਰੂ ਹੋ ਜਾਂਦੀ ਹੈਗੀ ਹੈ। ਤੇ ਇਹ ਇੱਥੇ ਹੀ ਅਧਿਆਪਕ ਦਾ ਰੂਲ ਹੈ ਕਿ ਉਸ ਨੂੰ ਆਪਣਾ ਵਿਸ਼ਾ ਪੜ੍ਹਾਉਂਦੇ ਨਾਲ ਹੀ ਬੱਚੇ ਦੀ, ਵਿਦਿਆਰਥੀ ਦੀ ਪਰਸਨੈਲਿਟੀ ਨੂੰ ਵਿਕਸਿਤ ਕਰਨਾ ਹੈ। ਟੀਚਰ ਇਹ ਸੋਚੇ ਕਿ ਮੇਰਾ ਤਾਂ ਸਿਲੇਬਸ ਬਹੁਤ ਜ਼ਿਆਦਾ, ਮੈਂ ਪੜ੍ਹਾਉਣਾ ਹੈ, ਬੱਚਾ ਇਹ ਸੋਚੇ ਇੰਨਾ ਜ਼ਿਆਦਾ ਸਿਲੇਬਸ ਹੈ ਮੈਂ ਪੜ੍ਹਨਾ ਹੈ, ਤੇ ਵਿਦਿਆਰਥੀ ਫਿਰ ਕਿੱਥੋਂ ਇਹ ਜਿਹੜਾ ਪੁੱਲ ਬਣਨਾ ਹੈ ਪਰਸਨੈਲਿਟੀ ਡਿਵੈਲਪਮੈਂਟ ਦਾ, ਫਿਰ ਇਹ ਮਿਸ ਹੋ ਜਾਣਾ ਹੈ। ਤੇ ਟੀਚਰ ਨੂੰ ਸਹਿਜ ਭਾਵ ਦੇ ਨਾਲ ਆਪਣੇ ਸਬਜੈਕਟ ਨੂੰ ਪੜ੍ਹਾਉਂਦੇ ਹੀ, ਜੇ ਉਹ ਮੰਨ ਲਓ ਸਾਇੰਸ ਦਾ ਟੀਚਰ ਹੈ, ਟਾਈਮ ਦਾ ਕਨਸੈਪਟ ਸਮਝਾ ਰਿਹਾ, ਕੋਈ ਹੋਰ ਸਮਝਾ ਰਿਹਾ, ਉਹਨੂੰ ਟਾਈਮ ਦੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਉਹ ਨਾਲ ਜੋੜਨੀ ਚਾਹੀਦੀ ਹੈ। ਕੋਈ ਸਾਇੰਟਿਸਟ ਹੈ ਜਿਹਨੇ ਬਹੁਤ ਮਾਰਕੇ ਦਾ ਕੰਮ ਕੀਤਾ ਹੈ, ਉਸ ਦੀ ਸਾਇੰਟੀਫਿਕ ਜਿਹੜੀ ਥਿਊਰੀ ਹੈ ਉਸ ਨੂੰ ਐਕਸਪਲੇਨ ਕਰਨ ਤੋਂ ਪਹਿਲਾਂ ਉਹਦਾ ਜਿਹੜਾ ਨਿੱਜੀ ਜੀਵਨ ਹੈ ਉਹਦੇ ਬਾਰੇ ਦੱਸਿਓ ਕਿ ਇਹ ਸਾਇੰਟੀਫਿਕ ਥਿਊਰੀ ਇਸ ਤਰੀਕੇ ਨਾਲ ਨਹੀਂ ਬਣੀ ਹੈ, ਉਹਨੇ ਬਹੁਤ ਲੰਬਾ ਘਾਲਣਾ ਘਾਲੀ ਉਹਦੇ ਪਿੱਛੇ ਸੰਘਰਸ਼ ਕੀਤਾ ਹੈ, ਡਿਸਪਲਿਨ ਚ ਰਿਹਾ ਹੈਗਾ, ਡੈਡੀਕੇਸ਼ਨ ਕੀਤੀ ਹੈ, ਮਿਡਨਾਈਟ ਆਇਲ ਉਹਨੇ ਬਰਨ ਕੀਤਾ ਹੈ। ਇਹ ਗੱਲਾਂ ਨਾਲ ਸਿਖਾਵੇ ਉਹ। That is small inputs lead to big achievements। ਜਦੋਂ ਮੀਟਿੰਗਸ ਹੁੰਦੀਆਂ ਨਾ ਪੇਰੈਂਟਸ ਦੇ ਨਾਲ, ਜਿਹਨੂੰ ਆਪਾਂ PTM ਕਹਿੰਦੇ, ਪੇਰੈਂਟਸ ਟੀਚਰ ਮੀਟਿੰਗ, ਉਦੋਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਆ, ਕਿਉਂਕਿ ਜਦੋਂ ਬੱਚਾ ਕੋਈ ਵੀ ਗੱਲ ਕਰਦਾ ਆ, ਮਾਂ-ਬਾਪ ਜਿਹਨੂੰ ਕੁਝ ਕਹਿੰਦੇ ਨਾ, ਮੇਰੇ ਮੈਡਮ ਨੇ ਇਦਾਂ ਕਿਹਾ ਸੀ, ਮੇਰੇ ਸਰ ਨੇ ਇਦਾਂ ਕਿਹਾ ਸੀ, ਮਾਂ-ਬਾਪ ਜ਼ੋਰ ਲਾ ਲੈਣ, ਬੱਚੇ ਤੇ ਜ਼ਿਆਦਾ ਅਸਰ ਅਧਿਆਪਕ ਕਰ ਦਿੰਦੇ ਆ, ਹਨਾ, ਰਹਿੰਦਾ ਹੀ ਹੈ। ਹੁਣ ਫਿਰ ਜਦੋਂ ਅਧਿਆਪਕਾਂ ਦੀਆਂ ਮਿਲਣੀਆਂ ਹੁੰਦੀਆਂ ਨੇ, ਅੱਜ ਕੱਲ ਨਵੀਂ ਐਜੂਕੇਸ਼ਨ ਪਾਲਿਸੀ ਆਉਣ ਲੱਗੀ ਹੈ, ਇਹਦੇ ਨਾਲ ਕਿੰਨਾ ਫਰਕ ਪੈਣ ਲੱਗਿਆ? ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਣ ਦੀ ਸੰਭਾਵਨਾ ਹੈ, ਔਰ ਉਮੀਦ ਹੈ, ਔਰ ਆਸ ਹੈ ਜੀ। ਕਿਉਂਕਿ ਅੱਗੇ ਤੁਸੀਂ ਦੇਖਿਆ ਹੋਊਗਾ ਕਿ ਜਿਹੜਾ ਪੁਰਾਣਾ ਟ੍ਰੈਡੀਸ਼ਨਲ ਸਿਸਟਮ ਸੀ, ਉੱਥੇ ਕੋਈ PTM ਨਾਮ ਦਾ ਪਲੇਟਫਾਰਮ ਹੀ ਨਹੀਂ ਹੁੰਦਾ ਸੀਗਾ ਜੀ। ਤੁਸੀਂ ਗੁਰਕੁਲ ਦੀ ਗੱਲ ਕੀਤੀ ਹੈ, ਉੱਥੇ ਬੱਚਾ ਚੱਕ ਕੇ ਤੇ 4 ਸਾਲ ਵਾਸਤੇ 5 ਸਾਲ ਵਾਸਤੇ ਘਰੋਂ ਦੂਰ ਹੈ, ਪੇਰੈਂਟਸ ਨੂੰ ਮਿਲਣ ਦੀ ਵੀ ਉਹ ਨਹੀਂ ਹੁੰਦੀ ਸੀ, ਲੇਕਿਨ ਉਹ ਸਿਸਟਮ ਇੰਨਾ ਸੋਲਿਡ ਸੀਗਾ ਕਿ ਉਹਦੇ 'ਚ ਲੋੜ ਵੀ ਨਹੀਂ ਸੀਗੀ। ਹੁਣ ਕਿਉਂਕਿ
ਪੇਰੈਂਟ ਜਿਹੜਾ ਹੈ ਐਜੂਕੇਸ਼ਨ ਸਿਸਟਮ ਦਾ ਇੱਕ ਬੜਾ ਪਾਵਰਫੁਲ ਸਟੇਕ ਹੋਲਡਰ ਹੈ ਜੀ ਸਕੂਲ ਦੇ ਵਿੱਚ 24 ਦੇ ਵਿੱਚੋਂ 7.5 ਜਾਂ 8 ਘੰਟੇ ਬੱਚੇ ਨੇ ਰਹਿਣਾ ਹੈ ਜੀ 16 ਘੰਟੇ ਬੱਚੇ ਨੇ ਆਪਣੇ ਮਾਪੇ ਦੇ ਕੋਲ ਰਹਿਣਾ ਸਮਾਜ ਦੇ ਵਿੱਚ ਰਹਿਣਾ ਹੈ ਇਸ ਕਰਕੇ ਇਸ ਗੱਲ ਦੀ ਮਹੱਤਤਾ ਨੂੰ ਮਹਿਸੂਸ ਕੀਤਾ ਗਿਆ ਇਸ ਕਰਕੇ ਪੇਰੈਂਟਸ ਨੂੰ ਇੱਕ ਇੰਪੋਰਟੈਂਟ ਸਟੇਕ ਹੋਲਡਰ ਬਣਾਇਆ ਗਿਆ ਜੀ ਔਰ ਉਸ ਦੀ ਤਾਲਮੇਲ ਪੇਰੈਂਟਸ ਸਕੂਲ ਬੱਚੇ ਦੇ ਵਿੱਚ ਹੋਣ ਦੇ ਲੋੜ ਨੂੰ ਸਮਝਣ ਲੱਗੇ ਇਸ ਕਰਕੇ ਪੀਟੀਐਮ ਦਾ ਪਲੇਟਫਾਰਮ ਕ੍ਰੀਏਟ ਕੀਤਾ ਗਿਆ ਜੀ ਔਰ ਮੈਨੂੰ ਲੱਗਦਾ ਕਿ ਬੜਾ ਲਾਹੇਵੰਦ ਪਲੇਟਫਾਰਮ ਹੈ ਜਿਹੜੀ ਭਾਰਤ ਦੀ ਵੀ ਹੁਣ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ ਉਹਦੇ ਵਿੱਚ ਵੀ ਬਹੁਤ ਵੱਡੀ ਜ਼ਿੰਮੇਵਾਰੀ ਵੀ ਪੇਰੈਂਟਸ ਦੀ ਵੀ ਫਿਕਸ ਕੀਤੀ ਗਈ ਹੈ ਸਕੂਲਸ ਦੀ ਵੀ ਕੀਤੀ ਗਈ ਹੈ ਔਰ ਇਹਨਾਂ ਦੇ ਆਪਸੀ ਤਾਲਮੇਲ ਦੇ ਨਾਲ ਜਿਹੜੇ ਪਰਸਨੈਲਿਟੀ ਡਿਵੈਲਪਮੈਂਟ ਦਾ ਇੱਕ ਮਾਡਲ ਉਹਦੇ ਵਿੱਚ ਪੇਸ਼ ਕੀਤਾ ਗਿਆ ਜੇ ਉਹਨੂੰ ਅਸੀਂ ਸਪਿਰਿਟ ਔਰ ਲੈਟਰ ਦੇ ਵਿੱਚ ਇੰਪਲੀਮੈਂਟ ਕਰ ਦਿੰਨੇ ਆ ਤੇ ਉਹਦੇ ਬਹੁਤ ਅੱਛੇ ਸਿੱਟੇ ਆਉਣ ਦੀ ਉਮੀਦ ਹੈ ਕਹਿੰਦੇ ਜਿਹੜਾ ਵਕਤ ਦੇ ਨਾਲ ਨਹੀਂ ਚੱਲਦਾ ਨਾ ਉਹ ਬਹੁਤ ਪਿਛੜ ਜਾਂਦਾ ਆ ਵਕਤ ਦੇ ਨਾਲ ਚੱਲਣਾ ਜ਼ਰੂਰੀ ਹੋ ਜਾਂਦਾ ਆ ਪਰ ਕਈ ਵਾਰੀ ਆਪਾਂ ਅੱਖਰ ਨੂੰ ਕਹਿ ਦਿੰਦੇ ਅੰਗਰੇਜ਼ੀ ਚ ਮਾਡਰਨਾਈਜੇਸ਼ਨ ਆਧੁਨਿਕਰਨ ਜਾਂ ਬਹੁਤ ਜ਼ਿਆਦਾ ਕੁਝ ਬਦਲਾਅ ਆ ਗਿਆ ਹਨਾ ਉਸ ਦੇ ਨਾਲ ਵਿਦਿਆਰਥੀ ਦੀ ਪ੍ਰਤਿਭਾ ਦੇ ਵਿੱਚ ਚੰਗੇ ਪ੍ਰਭਾਵ ਕਿਹੜੇ ਆਏ ਮਾੜੇ ਪ੍ਰਭਾਵ ਕਿਹੜੇ ਆਏ ਇਸਨੇ ਕਿੰਨਾ ਕੁ ਉਹਨੂੰ ਪ੍ਰਭਾਵਿਤ ਕਰ ਦਿੱਤਾ ਦੇਖੋ ਜਿਹੜਾ ਮਾਡਰਨਾਈਜੇਸ਼ਨ ਦਾ ਦੋ ਪੱਖ ਨੇ ਇੱਕ ਤਾਂ ਹੈ ਕਿ ਮਾਡਰਨ ਦਾ ਜਿਹੜਾ ਗਿਆਨ ਹੈ ਉਹਦਾ ਕੰਟੈਂਟ ਜੀ ਦੂਸਰਾ ਉਹਦਾ ਡਿਲੀਵਰੀ ਮੈਕੈਨਿਜ਼ਮ ਜੀ ਕੰਟੈਂਟ ਤਾਂ ਦੇਖੋ ਅਸੀਂ ਉਹਨੂੰ ਇਗਨੋਰ ਨਹੀਂ ਕਰ ਸਕਦੇ ਹਾਂ ਅੱਜ ਜੇ ਬੱਚੇ ਨੇ 21ਵੀਂ ਸ਼ਤਾਬਦੀ ਚ 22ਵੀਂ ਸ਼ਤਾਬਦੀ ਚ ਜਾਣਾ ਹੈ ਤੇ ਉਹਨੂੰ ਅੱਜ ਦਾ ਕੰਟੈਂਟ ਪੜ੍ਹਨਾ ਹੀ ਪੈਣਾ ਉਹਨੂੰ ਕੰਪਿਊਟਰ ਪੜ੍ਹਨਾ ਹੀ ਪੈਣਾ ਉਹਨੂੰ ਬਾਇਓਟੈਕਨੋਲੋਜੀ ਪੜ੍ਹਨੀ ਹੀ ਪੈਣੀ ਉਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਡਾਟਾ ਸਾਇੰਸ ਪੜ੍ਹਨੀ ਹੀ ਪੈਣੀ ਹੈਗੀ ਹੈ ਲੇਕਿਨ ਗੱਲ ਹੈ ਕਿ ਜਿਹੜਾ ਪਰਿਵਰਤਨ ਆ ਰਿਹਾ ਉਹ ਬੇਸਿਕਲੀ ਪ੍ਰੋਸੈਸ ਕਰਕੇ ਆ ਰਿਹਾ ਤੁਸੀਂ ਪਿੱਛੇ ਦੇਖਿਆ ਹੋਣਾ ਕੋਵਿਡ ਕਰਕੇ ਸਕੂਲ ਕਾਲਜ ਸਾਰੇ ਦੁਨੀਆ ਦੇ ਬੰਦ ਹੋ ਗਏ ਆਨਲਾਈਨ ਸ਼ੁਰੂ ਹੋ ਗਈ ਟੀਚਿੰਗ ਬਿਲਕੁਲ ਅੱਜ ਕੱਲ ਟੈਕਨੋਲੋਜੀ ਡਰਿਵਨ ਆ ਗਈ ਡਿਲੀਵਰੀ ਮੈਕੈਨਿਜ਼ਮ ਜੀ ਉਹਦੇ ਕਾਰਨ ਅੱਜ ਦੇ ਹਿੰਦੁਸਤਾਨ ਵਰਗਾ ਜਿਹੜਾ ਦੇਸ਼ ਹੈ ਉਹਦੇ ਚ ਬੜਾ ਇਹਨੂੰ ਸੋਚਿਆ ਜਾ ਰਿਹਾ ਕਿ ਇਹਦਾ ਬੜਾ ਨੈਗੇਟਿਵ ਇੰਪੈਕਟ ਹੈ ਜੀ ਕਿ ਬੱਚਿਆਂ ਦਾ 1 to 1 ਫੇਸ ਟੂ ਫੇਸ ਕਮਿਊਨੀਕੇਸ਼ਨ ਨਾ ਹੋਣ ਦੇ ਕਾਰਨ ਟੀਚਰਸ ਦੇ ਨਾਲ ਸਕੂਲ ਦੇ ਨਾਲ 1 to 1 ਜਿਹੜਾ ਇੱਕ ਕੰਟੈਕਟ ਨਾ ਹੋਣ ਦੇ ਕਾਰਨ ਬੱਚਿਆਂ ਦੀ ਪਰਸਨੈਲਿਟੀ ਦੇ ਵਿੱਚ ਵਿਗਾੜ ਆ ਰਿਹਾ ਹੈ ਬੱਚੇ ਜਿਹੜੇ ਜਿਸ ਹਿੰਦੁਸਤਾਨ ਦੇ ਸਕੂਲ ਹਰ ਸਕੂਲ 'ਚ ਲਿਖਿਆ ਹੁੰਦਾ ਮੋਬਾਈਲਸ ਆਰ ਨਾਟ ਅਲਾਉਡ ਮੋਬਾਈਲਸ ਆਰ ਨਾਟ ਅਲਾਉਡ ਕੋਵਿਡ ਨੇ ਕਹਿਤਾ ਜੀ ਬੱਚਿਆਂ ਨੂੰ ਮੋਬਾਈਲ ਲੈ ਕੇ ਦਿਓ ਮਾਪੇ ਕਹਿੰਦੇ ਸਾਡੇ ਕੋਲ ਇੰਨੇ ਪੈਸੇ ਨਹੀਂ ਹੈ ਸਾਡੇ 3 ਬੱਚੇ ਪੜ੍ਹਦੇ 3 ਮੋਬਾਈਲ ਕਿੱਦਾਂ ਲੈ ਦਈਏ ਲੇਕਿਨ ਉਹ ਹੁਣ ਉਹੀ ਗੱਲ ਉਲਟੀ ਹੋ ਗਈ ਜਦ ਉਹ ਮੋਬਾਈਲ ਨੂੰ ਬਣਾਇਆ ਤਾਂ ਸੀਗਾ ਟੈਕਨੋਲੋਜੀ ਬੱਚੇ ਦੀ ਐਜੂਕੇਸ਼ਨ ਵਾਸਤੇ ਲੇਕਿਨ ਹਰ ਪੇਰੈਂਟ ਹੁਣ ਦੁਖੀ ਹੈ ਜੀ ਇਹ 24 ਤੋਂ 23 ਘੰਟੇ ਜਿਹੜਾ ਮੋਬਾਈਲ ਦੇ ਨਾਲ ਚੰਬੜਿਆ ਰਹਿੰਦਾ ਜੀ ਇਸ ਕਰਕੇ ਇਹ ਸੋਚਿਆ ਜਾ ਰਿਹਾ ਕਿ ਵੀ ਸ਼ਾਇਦ ਮਾਡਰਨ ਟੈਕਨੀਕ ਦੇ ਕਾਰਨ ਬੱਚਿਆਂ ਦੇ ਪਰਸਨੈਲਿਟੀ ਦੇ ਵਿੱਚ ਵਿਗਾੜ ਆ ਰਿਹਾ ਦੇਖੋ ਜਦ ਕੋਈ ਨਵੀਂ ਚੀਜ਼ ਆਉਂਦੀ ਹੈ ਉਹਦੇ ਸ਼ੁਰੂਆਤੀ ਦੌਰ ਦੇ ਵਿੱਚ ਕਈ ਚੇਂਜਸ ਆਉਂਦੇ ਹੀ ਹੁੰਦੇ ਆ ਔਰ ਇੱਕ ਜਨਰੇਸ਼ਨ ਨੂੰ ਉਹਨੂੰ ਫੇਸ ਕਰਨੇ ਪੈਂਦੇ ਆ ਉਸ ਜਨਰੇਸ਼ਨ ਚੋਂ ਲੰਘ ਰਹੇ ਆ ਸਾਨੂੰ ਫੇਸ ਕਰਨੇ ਪੈ ਰਹੇ ਆ ਲੇਕਿਨ ਵਿਦ ਪੈਸੇਜ ਆਫ ਟਾਈਮ ਇਹੀ ਟੈਕਨੋਲੋਜੀ ਤੁਹਾਨੂੰ ਲੱਗੂਗੀ ਕਿ ਇਹ ਵਰਦਾਨ ਹੈ ਇਸ ਤੋਂ ਬਿਨਾ ਗੁਜ਼ਾਰਾ ਨਹੀਂ ਹੈ ਅੱਜ ਹਿੰਦੁਸਤਾਨ 'ਚ ਕਿਸੇ ਕਾਰਨਰ 'ਚ ਬੈਠਾ ਬੱਚਾ ਦੁਨੀਆ ਦੇ ਕਿਸੇ ਬੈਸਟ ਟੀਚਰ ਦਾ ਵੀ ਯੂਟਿਲਾਈਜ਼ ਕਰ ਰਿਹਾ ਹੋ ਜੇ ਕਰਨਾ ਹੈ ਕਿਸੇ ਨੇ ਤੇ ਜੇ ਤੁਸੀਂ ਸ਼ਹਿਰ ਦੇ ਅੱਛੇ ਸ਼ਹਿਰ 'ਚ ਰਹਿ ਕੇ ਸਭ ਕੁਝ ਹੋਣ ਦੇ ਬਾਵਜੂਦ ਵੀ ਟੈਕਨੋਲੋਜੀ ਦਾ ਬੁਰਾ ਇਸਤੇਮਾਲ ਕਰਨਾ ਤੇ ਘਰ ਬੈਠੇ ਵੀ ਕਰ ਸਕਦੇ ਹੋ ਅੱਜ ਇਹ ਸੰਭਵ ਹੋ ਗਿਆ ਕਿ ਦੁਨੀਆ ਦੇ ਬਹੁਤ ਕਿਸੇ ਦੂਰ ਦਰਾਜ ਬੈਠੇ ਉਹਦਾ ਇੱਥੇ ਬੈਠੇ ਆਪਰੇਸ਼ਨ ਹੋ ਰਿਹਾ ਜੋ ਟੈਕਨੀਕ ਉੱਥੇ ਨਹੀਂ ਪਹੁੰਚ ਰਹੀ ਸੀਗੀ ਇਸੇ ਕਰਕੇ ਜੇ ਪਰਸਨੈਲਿਟੀ ਡਿਵੈਲਪਮੈਂਟ ਵਾਸਤੇ ਜੋ ਟੈਕਨੋਲੋਜੀ ਦਾ ਸਦਉਪਯੋਗ ਹੋਊਗਾ ਤੇ ਇਹ ਰੈਵੋਲੂਸ਼ਨ ਕ੍ਰਾਂਤੀ ਲਿਆ ਦੂਗਾ ਕਿਉਂਕਿ ਦੁਨੀਆ ਦਾ ਬਿਹਤਰੀਨ ਜੋ ਕੰਟੈਂਟ ਹੈ ਬਿਹਤਰੀਨ ਇਨਸਾਨ ਹੈ ਉਹ ਤੁਸੀਂ ਯੂ ਕੈਨ ਗੈਟ ਇਨ ਟੱਚ ਵਿਦ ਹਿਮ ਜਿਸ ਫਿੰਗਰ ਕਲਿੱਕ ਤੇ ਤੁਸੀਂ ਅਵੇਲੇਬਲ ਹੋ ਇਸ ਕਰਕੇ ਇਹ ਇੱਕ ਸ਼ੁਰੂਆਤੀ ਦੌਰ ਦੇ ਵਿੱਚ ਡੈਫੀਨੇਟਲੀ ਜਿਹੜੀ ਤੁਸੀਂ ਆਪਾਂ ਪਹਿਲਾਂ ਵੀ ਮਾੜੀ ਜਿਹੜੀ ਇੰਪੈਕਟ ਹੁੰਦੇ ਉਹਦੇ ਵੱਲ ਬੰਦਾ ਜਰਾ ਜਲਦੀ ਭੱਜਦਾ ਉਸ ਦੌਰ 'ਚ ਗੁਜ਼ਰ ਰਹੇ ਹਾਂ ਲੇਕਿਨ ਆਉਣ ਵਾਲੇ ਟਾਈਮ 'ਚ ਇਹੀ ਜਿਹੜੀ ਟੈਕਨੋਲੋਜੀ ਹੈ ਇਹ ਬਲੈਸਿੰਗਸ ਦੇ ਤੌਰ ਤੇ ਵਰਦਾਨ ਦੇ ਤੌਰ ਤੇ ਸਾਬਿਤ ਹੋਊਗੀ ਔਰ ਬੱਚਿਆਂ ਦੀ ਪਰਸਨੈਲਿਟੀ ਡਿਵੈਲਪ ਤੁਸੀਂ ਅੱਜ ਦੇਖੋ ਮੈਂ ਕਿਸੇ ਦਾ ਨਾਮ ਨਾ ਲੈ ਕੇ ਤੁਸੀਂ ਅੱਜ ਦੇਖੋ YouTube ਦੇ ਉੱਪਰ ਕੁਝ ਟੀਚਰਸ ਨੇ ਪੜ੍ਹਾ ਰਹੇ ਨੇ 5 ਲੱਖ ਫਾਲੋਅਰਸ ਨੇ 5 ਲੱਖ ਫਾਲੋਅਰਸ ਨੇ ਜੀ ਔਰ ਉਹ ਸਕੂਲ ਕਾਲਜ ਤੋਂ ਅੱਡ ਹੋ ਕੇ ਜਿਹੜੇ ਚੰਗੇ ਬੱਚੇ ਆ ਉਹਨਾਂ ਦੇ ਫਾਲੋਅਰਸ ਬਣੇ ਹੋਏ ਆ ਪੜ੍ਹ ਰਹੇ ਆ ਬਿਲਕੁਲ ਇਸ ਕਰਕੇ ਟੈਕਨੋਲੋਜੀ ਨੇ ਰੈਵੋਲੂਸ਼ਨ ਲਿਆਣੀ ਹੈ ਲੇਕਿਨ ਹਾਂ ਸ਼ੁਰੂਆਤੀ ਦੌਰ 'ਚ ਗੁਜ਼ਰ ਰਹੇ ਆ ਉਹਦੀ ਜਿਹੜੀ ਮਾੜੀਆਂ ਅਲਾਮਤਾਂ ਹੈਗੀਆਂ ਉਹਦੇ ਵੱਲ ਜਰਾ ਦਿਮਾਗ ਚੰਚਲ ਹੈ ਬੁੱਧੀ ਚੰਚਲ ਹੈ ਕੋਵਿਡ ਦੇ ਕਾਰਨ ਅਸੀਂ ਹੋਰ ਸੈਲਫ ਸੈਂਟਰਿਕ ਹੋ ਗਏ ਆ ਸਮਾਜ ਨੂੰ ਬਾਹਰ ਖੁੱਲਣ ਦੀ ਬਜਾਏ ਅਸੀਂ ਇੰਟਰੋਵਰਟ ਹੋ ਗਏ ਆ ਇਸ ਕਰਕੇ ਥੋੜਾ ਲੱਗ ਰਿਹਾ ਹੈਗਾ ਲੇਕਿਨ ਆਉਣ ਵਾਲੇ ਟਾਈਮ 'ਚ ਇਟ ਵਿਲ ਵਰਕ ਵੰਡਰਸ ਇੱਕ ਨਾਰਮਲ ਕਲਾਸ ਦਾ ਟੀਚਰ ਆਮ ਜਮਾਤ ਦਾ ਅਧਿਆਪਕ ਤੇ ਦੂਸਰੇ ਪਾਸੇ ਇੱਕ ਸਕਿਲਡ ਅਧਿਆਪਕ
ਦੋਨਾਂ ਦੇ ਵਿੱਚ ਕਿੰਨਾ ਫਰਕ ਹੋ ਜਾਂਦਾ ਆ, ਕਿਉਂਕਿ ਪੜ੍ਹੇ ਤਾਂ ਦੋਨੋਂ ਹੀ ਆ, ਦੋਨਾਂ ਨੇ ਨੰਬਰ ਲਏ ਤਾਂ ਹੀ ਸਕੂਲ ਕਾਲਜ ਨੇ ਉਹਨਾਂ ਨੂੰ ਰੱਖਿਆ। ਨਹੀਂ ਦੇਖੋ, ਵੈਸੇ ਤਾਂ ਕਿਸੇ ਵੀ ਸਕੂਲ ਕਾਲਜ ਯੂਨੀਵਰਸਿਟੀ ਵਿੱਚ ਜਿਹੜਾ ਅਧਿਆਪਕ ਬਣਦਾ ਹੈਗਾ, ਉਹ ਸਕੂਲ ਕਾਲਜ ਯੂਨੀਵਰਸਿਟੀ 'ਚ ਪਹੁੰਚਣ ਵਾਸਤੇ ਕੁਝ ਮਿਨੀਮਮ ਮਾਪਦੰਡ ਨੇ। ਕੋਈ ਕੁਆਲੀਫਿਕੇਸ਼ਨ ਹੈ, ਉਹਦੀ ਕੋਈ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਹੈ, ਕੋਈ ਐਕਸਪੀਰੀਅੰਸ ਹੈ, ਉਹ ਸਾਰੇ ਜਿਹੜੇ ਚੈਨਲਸ ਨੇ ਉਹਨੂੰ ਪਾਰ ਕਰਕੇ ਟੀਚਰ ਬਣਦਾ ਹੈ। ਔਰ ਹਰ ਟੀਚਰ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਸਕਿਲਡ ਟੀਚਰ ਹੀ ਹੋਵੇ। ਲੇਕਿਨ ਫਿਰ ਵੀ ਅਸੀਂ ਦੇਖਦੇ ਹਾਂ, ਜਿਵੇਂ ਅਸੀਂ ਕਹਿੰਦੇ ਕਿ ਹਰ ਬੰਦਾ ਯੂਨੀਕ ਹੈ, ਉਹ ਟੀਚਰ ਵੀ ਯੂਨੀਕ ਹੈ। ਕੋਈ ਟੀਚਰ ਅੱਛਾ, ਉਹਦੇ ਕੋਲ ਜਿਹੜਾ ਉਹਦਾ ਆਪਣਾ ਟੈਲੈਂਟ ਹੈਗਾ, ਉਹ ਤਾਂ ਡੈਫੀਨੇਟਲੀ ਮੈਟਰ ਕਰੂਗਾ ਹੀ ਨਾ। ਜੇ ਅੱਛਾ ਟੀਚਰ ਬੋਲਣ ਵਾਲਾ, ਅੱਛਾ ਬੁਲਾਰਾ ਚੰਗਾ ਹੈ, ਕਿਤੇ ਹੋਰ ਉਹਦੇ ਕੁਝ ਕੁਆਲਿਟੀ ਚੰਗੀਆਂ ਹੈਗੀਆਂ, ਆਰਗੇਨਾਈਜੇਸ਼ਨ ਸਕਿੱਲਸ ਚੰਗੀਆਂ ਹੈਗੀਆਂ, ਟਾਈਮ ਮੈਨੇਜਮੈਂਟ ਆਪ ਹੈ, ਡਿਸਪਲਿਨਡ ਹੈ, ਲਵੇਬਲ ਹੈ, ਐਫੇਬਲ ਹੈ, ਕੰਪੈਸ਼ਨੇਟ ਹੈ, ਇਹ ਸਭ ਚੀਜ਼ਾਂ ਜੇ ਉਹਦੇ ਸਕਿੱਲਸ ਨੇ, ਜੋ ਸਕਿੱਲਸ ਦਾ ਮਾਲਿਕ ਹੈ ਉਹ ਸਕਿੱਲਸ ਉਹਦੇ ਵਿੱਚ ਆਉਣੀਆਂ ਹੀ ਆਉਣੀਆਂ। ਇਸ ਕਰਕੇ ਅੱਛੇ ਟੀਚਰ, ਜਿਹੜਾ ਸਕਿੱਲਡ, ਤੁਸੀਂ ਵਰਡ ਸਕਿੱਲਡ ਯੂਜ਼ ਕਰ ਰਹੇ ਹੋ, ਸਕਿੱਲਡ ਟੀਚਰ ਇਜ਼ ਗੋਇੰਗ ਟੂ ਬੀ ਫਾਰ ਇੰਪੋਰਟੈਂਟ ਐਂਡ ਬੈਟਰ। ਉਹ ਚੰਗਾ ਰਹੂਗਾ ਇੱਕ ਸਧਾਰਨ ਟੀਚਰ ਤੋਂ। ਲੇਕਿਨ ਮੈਂ ਅਪੀਲ ਕਰੂੰਗਾ ਇਸ ਤੁਹਾਡੇ ਮੰਚ ਦੇ ਰਾਹੀਂ ਕਿ ਜੇ ਕੋਈ ਟੀਚਿੰਗ 'ਚ ਆਉਣਾ ਚਾਹੁੰਦਾ ਹੈ, ਜੇ ਉਹਦੇ ਕੋਲ ਕੋਈ ਸਕਿੱਲਸ ਹੈਗੀਆਂ ਲੇਕਿਨ ਡੋਰਮੈਂਟ ਪਈਆਂ ਹੁੰਦੀਆਂ ਹੈਗੀਆਂ, ਉਹਨੂੰ ਆ ਕੇ ਨਿਖਾਰਨਾ ਵੀ ਚਾਹੀਦਾ ਤਾਂ ਕਿ ਉਹ ਬੱਚਿਆਂ 'ਚ ਅੱਗੇ ਉਹਦਾ ਪ੍ਰਸਾਰ ਵੀ ਬਿਲਕੁਲ। ਜਦੋਂ ਹਨਾ ਵਿਦਿਆਰਥੀਆਂ ਨੂੰ ਕੋਈ ਦਿੱਕਤ ਆਉਂਦੀ ਹੈ, ਉਹ ਚਾਹੁੰਦੇ ਆ ਕਿਸੇ ਦੇ ਨਾਲ ਗੱਲ ਕੀਤੀ ਜਾਏ, ਪਰ ਕਈ ਵਾਰੀ ਬੰਦਾ ਆਪਣੇ ਅਧਿਆਪਕ ਤੋਂ ਡਰਦਾ, ਕਈ ਵਾਰੀ ਬੱਚਾ ਆਪਣੇ ਘਰੋਂ ਡਰਦਾ ਹੈ ਕਿ ਗੱਲ ਕਿਸ ਦੇ ਨਾਲ ਕੀਤੀ ਜਾਏ, ਜਿਸ ਦੇ ਕਾਰਨ ਉਹ ਕਈ ਵਾਰੀ ਗਲਤ ਕੰਮ ਕਰਨੇ ਸ਼ੁਰੂ ਕਰ ਦਿੰਦਾ। ਉਦਾਹਰਨ ਦੇ ਤੌਰ ਤੇ ਕਿਸੇ ਛੋਟੇ ਬੱਚੇ ਨੂੰ ਰਬੜਾਂ ਚੁੱਕਣ ਦੀ ਆਦਤ ਪੈ ਗਈ ਹੈ ਨਾ, ਉਹ ਦੂਰ ਤਾਂ ਹੋਣਾ ਚਾਹੁੰਦਾ ਪਰ ਉਹਦੀ ਉਹ ਆਦਤ ਬਣ ਗਈ ਆ। ਕਿਸੇ ਵੱਡੇ ਬੱਚੇ ਨੂੰ ਕਾਲਜ ਦੇ ਵਿੱਚ ਕਿਸੇ ਦੇ ਪੈਸੇ ਕੱਢਣ ਦੀ ਆਦਤ ਪੈ ਗਈ, ਪਰ ਉਸ ਤੋਂ ਛੁੱਟਣਾ ਤਾਂ ਚਾਹੁੰਦਾ ਆ, ਪਰ ਉਹ ਕੀ ਕਰੇ। ਕਈ ਮਾਨਸਿਕ ਪਰੇਸ਼ਾਨੀਆਂ ਹੋਣ ਲੱਗ ਜਾਂਦੀਆਂ ਆ ਵਿਦਿਆਰਥੀਆਂ ਨੂੰ, ਉਹ ਕਈ ਸਾਰੀਆਂ ਸਮੱਸਿਆਵਾਂ ਦੇ ਵਿੱਚੋਂ ਗੁਜ਼ਰਨ ਲੱਗਦੇ ਆ। ਦੋਸਤਾਂ ਮਿੱਤਰਾਂ ਦੇ ਨਾਲ ਗੱਲ ਨਹੀਂ ਕਰਦੇ, ਕਿਤੇ ਸਾਡੀ ਬਦਨਾਮੀ ਨਾ ਹੋ ਜਾਵੇ, ਕੋਈ ਉਹਨਾਂ ਨੂੰ ਲੱਭਦਾ ਨਹੀਂ ਉਹ ਕਿਸ ਦੇ ਨਾਲ ਗੱਲ ਕਰਨ। ਇੱਥੇ ਫਿਰ ਆਉਂਦੀ ਹੈ ਕਾਉਂਸਲਿੰਗ, ਕਿ ਕਾਉਂਸਲਿੰਗ ਕਿੰਨੀ ਜ਼ਰੂਰੀ ਆ, ਕਿਉਂਕਿ ਜੇ ਤੁਸੀਂ ਆਪਣੇ ਆਪ ਨੂੰ ਡੀਮੋਟੀਵੇਟ ਕਰ ਰਹੇ ਆ, ਹਨਾ, ਉਤਸ਼ਾਹਿਤ ਨਹੀਂ ਕਰ ਪਾ ਰਹੇ, ਬਹੁਤ ਦੁਖੀ ਮਹਿਸੂਸ ਕਰ ਰਹੇ ਆ, ਕੋਈ ਤੁਹਾਨੂੰ ਮਾੜਾ ਜਿਹਾ ਮੋਟੀਵੇਟ ਕਰੇ, ਤੁਸੀਂ ਵਧੀਆ ਫੀਲ ਕਰਦੇ ਆ, ਪਰ ਤੁਸੀਂ ਕਿਸੇ ਨੂੰ ਦੱਸ ਹੀ ਨਹੀਂ ਪਾ ਰਹੇ। ਦੇਖੋ, ਟੀਚਰ ਜਿਹੜਾ ਹੈ ਨਾ, ਅਲਟੀਮੇਟਲੀ ਮੈਂ ਜਿਹੜੀ ਬਾਰ-ਬਾਰ ਗੱਲ ਕਰ ਰਿਹਾ, ਚਾਹੇ ਉਹ ਸਕਿਲਡ ਹੈ, ਟ੍ਰੇਨਡ ਹੈ, ਅਨਟ੍ਰੇਨਡ ਹੈ, ਕੁਝ ਵੀ ਹੈ, ਟੀਚਰ ਨੂੰ ਨੋ ਆਲ ਕਿਹਾ ਗਿਆ, ਮਿਸਟਰ ਨੋ ਆਲ। ਅੱਜ ਦੀ ਡੇਟ ਦੇ ਵਿੱਚ ਤਾਂ ਇੱਕ ਟ੍ਰੈਂਡ ਬਣ ਗਿਆ, ਫੈਸ਼ਨ ਬਣ ਗਿਆ ਕਿ ਕਾਉਂਸਲਿੰਗ ਸੈਂਟਰਸ ਬਣਾਉਣੇ ਹੈ, ਕਾਉਂਸਲਰਸ ਰੱਖਣੇ ਹੈ। ਲੇਕਿਨ ਇੱਕ ਟੀਚਰ ਦਾ ਮਲਟੀਪਰਪਜ਼ ਰੋਲ ਹੈ, ਉਹਨੂੰ ਕਾਉਂਸਲਰ ਵੀ ਹੋਣਾ ਚਾਹੀਦਾ। ਜਿਹੜਾ ਕਲਾਸ ਟੀਚਰ ਸਕੂਲਾਂ 'ਚ ਬਣਾਇਆ ਜਾਂਦਾ ਹੈ, ਉਹ ਬੇਸਿਕਲੀ ਕਿਉਂ ਬਣਾਇਆ ਜਾਂਦਾ ਹੈ? ਉਸ ਬੱਚੇ ਦਾ ਪੂਰਾ ਹਿਸਾਬ ਕਿਤਾਬ, ਉਸ ਕਲਾਸ ਦਾ ਹਿਸਾਬ ਕਿਤਾਬ ਇੱਕ ਬੱਚੇ ਦਾ ਉਹ ਟੀਚਰ ਰੱਖਦਾ ਹੈ। ਔਰ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਟੀਚਰਸ ਜਿਹੜੇ ਨੇ ਉਹ ਬਹੁਤ ਸਾਰੇ ਬੱਚਿਆਂ ਦੇ ਹਰ ਕਿਸਮ ਦੇ ਕਾਉਂਸਲਰ ਹੁੰਦੇ ਹੀ ਨੇ। ਲੇਕਿਨ ਅੱਜ ਕੱਲ੍ਹ ਦੀਆਂ ਜਿਹੜੀਆਂ ਸਮੱਸਿਆਵਾਂ ਕੁਝ ਇਸ ਤਰ੍ਹਾਂ ਦੀਆਂ ਆ ਗਈਆਂ ਨੇ, ਜਿਹਦਾ ਕਿ ਇੱਕ ਰੂਟੀਨ ਦੇ ਟੀਚਰ ਨੂੰ ਵੀ ਗਿਆਨ ਨਹੀਂ ਹੈ। ਉਹਦੇ ਕਰਕੇ ਕਾਉਂਸਲਰਸ ਦੀ ਪੋਸਟ, ਕਾਉਂਸਲਿੰਗ ਦਾ ਜਿਹੜਾ ਪ੍ਰੋਫੈਸ਼ਨਲ ਟ੍ਰੇਨਿੰਗ ਲੈ ਕੇ ਕੁਝ ਟੀਚਰਸ ਆਉਂਦੇ ਨੇ, ਉਹ ਬਿਹਤਰ ਤਰੀਕੇ ਦੇ ਨਾਲ ਹੈਂਡਲ ਕਰਦੇ ਨੇ। ਉਹਨਾਂ ਦੀ ਕੋਈ ਪਰਸਨਲ ਪ੍ਰੋਬਲਮ ਹੈ, ਸਾਈਕੋਲੋਜੀਕਲ ਪ੍ਰੋਬਲਮਸ ਹੈ, ਹਰ ਘਰਾਂ ਦੇ ਵਿੱਚ ਕੋਈ ਸਮੱਸਿਆਵਾਂ ਨੇ, ਉਸ ਸਮੱਸਿਆਵਾਂ ਦੇ ਕਾਰਨ ਬੱਚਾ ਪ੍ਰਭਾਵਿਤ ਹੋ ਰਿਹਾ, ਮਾਂ-ਬਾਪ ਨਾਲ ਗੱਲ ਨਹੀਂ ਕਰ ਸਕਦਾ, ਆਪਣਾ ਆਊਟਲੈਟ ਦੇਣ ਵਾਸਤੇ ਉਹ ਕਾਉਂਸਲਿੰਗ ਪਲੇਜ਼ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਇਸ ਕਰਕੇ ਕਾਉਂਸਲਰਸ ਦੀ ਲੋੜ ਬਹੁਤ ਜ਼ਰੂਰੀ ਹੈ। ਔਰ ਅੱਜ ਸਕੂਲਾਂ ਕਾਲਜਾਂ 'ਚ ਸੈਂਟਰਸ ਬਣ ਰਹੇ ਨੇ ਔਰ ਬਣਨੇ ਚਾਹੀਦੇ ਹੈ। ਲੇਕਿਨ ਇੱਕ ਟੀਚਰ ਨੂੰ ਬਤੌਰ ਟੀਚਰ ਜਿਸ ਮਰਜ਼ੀ ਸਬਜੈਕਟ ਤੋਂ ਕਾਉਂਸਲਰ ਦੀ ਭੂਮਿਕਾ ਵੀ ਨਿਭਾਉਣੀ ਚਾਹੀਦੀ ਹੈਗੀ ਹੈ। ਉਹਨੂੰ ਆਪਣੀ ਪਰੇਸ਼ਾਨੀਆਂ ਇੱਕ ਪਾਸੇ ਰੱਖ ਕੇ ਜਿਨ੍ਹਾਂ ਬੱਚਿਆਂ ਦੀ, ਮੈਂ ਤੁਹਾਡੀ ਗੱਲ ਤਾਂ ਰੋਕ ਰਹੀ ਹਾਂ, ਮੈਂ ਦਰਸ਼ਕਾਂ ਤੋਂ ਪਹਿਲਾਂ ਹੀ ਮਾਫੀ ਮੰਗ ਲੈਣੀ, ਮੈਨੂੰ ਨਾ ਆਪਣੀ ਭੂਮਿਕਾ ਨਿਭਾਉਣੀ ਪੈਣੀ ਆ ਕਿਉਂਕਿ ਪ੍ਰੋਗਰਾਮ ਦਾ ਟਾਈਮ ਹੋ ਗਿਆ ਔਰ ਮੈਨੂੰ ਬਾਰ-ਬਾਰ ਇਸ਼ਾਰਾ ਆ ਰਿਹਾ ਕਿ ਆਪਾਂ ਪ੍ਰੋਗਰਾਮ ਨੂੰ ਖਤਮ ਕਰ ਦਈਏ। ਪਰ ਬਹੁਤ ਵਧੀਆ ਗੱਲਬਾਤ ਕੀਤੀ ਤੁਸੀਂ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਦਰਸ਼ਕੋ, ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ। ਜਵਾਨੀ ਮਸਤਾਨੀ ਬਈ, ਇਹ ਤਾਂ ਖਤਰੇ ਦੀ ਪੱਕੀ ਹੈ ਨਿਸ਼ਾਨੀ ਬਈ, ਜਿੱਦਾਂ ਬਿਜਲੀ ਅਰਸ਼ ਦੀ ਕੜ ਕੇ